ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ ਅੰਕ ਚੌਥਾ। ਪਾਪ ਤੇ ਪੁੰਨ, ਧਰਮ ਤੇ ਅਧਰਮ, ਹਨੇਰਾ ਤੇ ਚਾਨਣਾ, ਇਹ ਸਭ ਕੀ ਹੈ? ਇੱਕੋ ਤਸਵੀਰ ਦੇ ਦੋ ਪਾਸੇ ਅਥਵਾ ਜੀਵਨ ਨਦੀ ਦੇ ਦੋ ਕਿਨਾਰੇ, ਜਿਸ ਵਿੱਚ ਹਰ ਵੇਲੇ ਅਨੇਕਾਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ। ਕੋਈ ਤਾਂ ਸਾਨੂੰ ਧੱਕ ਕੇ ਪਾਰਲੇ ਕੰਢੇ ਵੱਲ ਲੈ ਤੁਰਦੀ ਹੈ ਤੇ ਮਗਰੋਂ ਕੋਈ ਹੋਰ ਆ ਕੇ ਸਾਨੂੰ ਉਰਾਰਲੇ ਕੰਢੇ ਵੱਲ ਖਿੱਚਣਾ ਸ਼ੁਰੂ ਕਰ ਦਿੰਦੀ ਹੈ। ਪਰ ਜ਼ਿੰਦਗੀ ਦੀ ਨਦੀ ਨਿਰੰਤਰ ਵਹਿੰਦੀ ਚਲੀ ਜਾਂਦੀ ਹੈ। ਨਾ ਉਸ ਵਿੱਚੋਂ ਕੁਝ ਘਟਦਾ ਹੈ ਨਾ ਵੱਧਦਾ। ਸਾਡੇ ਹੀ ਕਰਮ ਤੇ ਪ੍ਰਤੀਕਰਮ ਪਰਸਪਰ ਵਿਰੋਧੀ ਲਹਿਰਾਂ ਬਣ ਕੇ ਸਾਡੇ ਸਾਹਮਣੇ ਆਈ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕਿਸੇ ਨੂੰ ਅਸੀਂ ਪਾਪ ਕਹਿ ਦਿੰਦੇ ਹਾਂ, ਕਿਸੇ ਨੂੰ ਪੁੰਨ, ਕਿਸੇ ਨੂੰ ਦੁੱਖ ਤੇ ਕਿਸੇ ਨੂੰ ਸੁੱਖ। ਇਹਨਾਂ ਦੇ ਹੀ ਅਸਰਾਂ ਨਾਲ ਅਸੀਂ ਅਨੇਕਾਂ ਵਾਰੀ ਬਣਨ ਤੋਂ ਬਾਅਦ ਵਿਗੜਦੇ ਤੇ ਵਿਗੜਨ ਤੋਂ ਬਾਅਦ ਬਣਦੇ ਰਹਿੰਦੇ ਹਾਂ। ਡਾਕਟਰ ਆਨੰਦ ਵੀ ਉਹਨਾਂ ਜੀਵਨ ਰਾਹੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਕਦਮ ਕਿਸੇ ਮੋੜ ਜਾਂ ਦੁਰਾਹੇ ਉੱਤੇ ਜਾ ਕੇ ਡਗਮਗਾਉਣ ਲੱਗ ਪੈਂਦੇ ਨੇ ਤੇ ਜਿਸ ਦੀਆਂ ਅੱਖਾਂ ਮੰਜ਼ਲ ਦੀ ਸੇਧ ਵੱਲੋਂ ਕਈ ਵਾਰੀ ਅਚਿੰਤੇ ਹੀ ਹਟ ਕੇ ਕਿਸੇ ਹੋਰ ਦੁਨੀਆ ਵਿੱਚ ਗਵਾਚ ਜਾਇਆ ਕਰਦੀਆਂ ਨੇ। ਉਸ ਦੀ ਉਮਰ 30 ਦੇ ਲਗਭਗ ਹੈ, ਪਰ ਜ਼ਿੰਦਗੀ ਦੇ ਕਈ ਬਿਖੜੇ ਤਿਖੜੇ ਰਾਹਾਂ ਥਾਣੀ ਲੰਘਦੇ ਰਹਿਣ ਕਰਕੇ ਉਸ ਦੇ ਤਜਰਬਿਆਂ ਦੀ ਉਮਰ ਕਾਫੀ ਲੰਮੀ ਹੋ ਗਈ ਹੈ। ਗਠੀਲੇ ਸਰੀਰ ਤੇ ਉੱਚੇ ਲੰਮੇ ਕੱਦ ਦਾ ਅਪ ਟੂ ਡੇਟ ਤੇ ਬਣਿਆ ਸਵਰਿਆ ਹੋਇਆ ਉਸ ਦਾ ਰੰਗ ਆਮ ਪੰਜਾਬੀਆਂ ਵਰਗਾ ਕਣਕ ਵੰਨਾ, ਮੱਥਾ ਚੌੜਾ ਤੇ ਸੁਭਾਅ ਨਾ ਬਹੁਤਾ ਗੰਭੀਰ ਨਾ ਬਹੁਤਾ ਚੁਲਬੁਲਾ ਹੈ। ਪਰ ਉਸ ਦੇ ਬੋਲਣ ਢੰਗ ਵਿੱਚ ਇੱਕ ਅਦਾ ਜ਼ਰੂਰ ਹੈ, ਜਿਹੜੀ ਆਮ ਵਿੱਚ ਘੱਟ ਹੀ ਦਿਖਾਈ ਦਿੰਦੀ ਹੈ। ਇਸੇ ਅਦਾ ਦੀ ਮਦਦ ਨਾਲ ਉਹ ਇੱਕ ਅੱਧ ਮੁਲਾਕਾਤ ਨਾਲ ਹੀ ਹਰ ਇੱਕ ਆਦਮੀ ਨੂੰ ਆਪਣਾ ਮਿੱਤਰ ਤੇ ਸ਼ੁਭ ਚਿੰਤਕ ਬਣਾ ਲੈਂਦਾ ਹੈ। ਡਾਕਟਰ ਆਨੰਦ ਨੂੰ ਅੱਜ ਅਸੀਂ ਬੜੇ ਉੱਚੇ ਮਰਾਤਬੇ ਅਤੇ ਚੜ੍ਹਦੀਆਂ ਕਲਾਂ ਵਿੱਚ ਵੇਖ ਰਹੇ ਹਾਂ। ਉਹ ਇਸ ਵੇਲੇ ਨਾ ਕੇਵਲ ਅੰਬਾਲੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਡਾਕਟਰ ਹੈ, ਬਲਕਿ ਡਾਕਟਰ ਤੋਂ ਛੁੱਟ ਮਹਿਕਮਾ ਮੁੜ ਵਸਾਊ ਵੱਲੋਂ ਕਸਟੋਡੀਅਨ ਦੇ ਅਹੁਦੇ ਤੇ ਵੀ ਲੱਗਾ ਹੋਇਆ ਹੈ, ਜਿਸ ਕਰਕੇ ਉਸ ਦੀ ਮਹਾਨਤਾ ਹੋਰ ਵੀ ਵੱਧ ਗਈ ਹੈ। ਇਸ ਮਰਾਤਬੇ ਤੇ ਪਹੁੰਚਣ ਲਈ ਉਸ ਨੂੰ ਘੱਟ ਕੀਮਤ ਨਹੀਂ ਦੇਣੀ ਪਈ। ਉਸ ਨੂੰ ਇੱਥੇ ਤੀਕ ਪਹੁੰਚਦਿਆਂ ਬੜੇ ਬਿਖੜੇ ਪੈੜੇ ਕੱਟਣੇ ਪਏ ਨੇ। ਉਸ ਵਿੱਚ ਦੇਸ਼ ਭਗਤੀ ਦੀ ਲਗਨ ਮੁੱਢ ਤੋਂ ਹੀ ਸੀ, ਜਿਹੜੀ ਕਾਲਜ ਛੱਡਣ ਤੋਂ ਬਾਅਦ ਹੋਰ ਵੀ ਜ਼ੋਰ ਫੜ ਗਈ ਤੇ ਇਸ ਲਗਨ ਨੇ ਉਸ ਨੂੰ ਕਿਹੜੇ ਕਸ਼ਟ ਨਹੀਂ ਭੁਗਤਾਏ। ਦੇਸ਼ ਸੇਵਾ ਤੇ ਕੌਮ ਪ੍ਰਸਤੀ ਦੇ ਮੈਦਾਨ ਵਿੱਚ ਆ ਕੇ ਉਸਨੇ ਸਭ ਤੋਂ ਮਹਾਨਤਾ ਵਾਲਾ ਕੰਮ ਇਹ ਕੀਤਾ ਕਿ ਇੱਕ ਦਿਨ ਬਾਪੂ ਗਾਂਧੀ ਦੀ ਤਸਵੀਰ ਸਾਹਮਣੇ ਰੱਖ ਕੇ ਉਸਨੇ 3 ਪ੍ਰਣ ਧਾਰਨ ਕੀਤੇ ਸਨ ਕਿ ਜਦ ਤੱਕ ਮੇਰਾ ਵਤਨ ਆਜ਼ਾਦ ਨਹੀਂ ਹੋ ਜਾਂਦਾ, ਮੈਂ ਨੰਗੇ ਪੈਰੀ ਰਹਾਂਗਾ, 8 ਪੈਰੀ ਰੋਟੀ ਖਾਇਆ ਕਰਾਂਗਾ ਤੇ ਭੁੰਜੇ ਸਵਿਆਂ ਕਰਾਂਗਾ। ਇਸ ਪ੍ਰਣ ਨੂੰ ਉਸਨੇ ਲਗਾਤਾਰ ਕਈ ਸਾਲਾਂ ਤੱਕ ਨਿਭਾਇਆ, ਉਦੋਂ ਤੱਕ ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋ ਗਿਆ। ਉਹ ਕੋਈ ਬਹੁਤੇ ਅਮੀਰ ਮਾਪਿਆਂ ਦਾ ਪੁੱਤਰ ਤਾਂ ਨਹੀਂ ਸੀ, ਫਿਰ ਵੀ ਉਸਦੇ ਮਾਪੇ ਬਹੁਤ ਚੰਗੇ ਗੁਜ਼ਾਰੇ ਵਾਲੇ ਸਨ। ਉਸਦਾ ਪਿਓ ਪੈਨਸ਼ਨਰ ਸੀ, ਜਿਹੜਾ ਆਪਣੀ ਸਾਰੀ ਜਵਾਨੀ ਤੇ ਅੱਧਾ ਬੁਢੇਪਾ ਅੰਗਰੇਜ਼ ਸਰਕਾਰ ਭਗਤੀ ਵਿੱਚ ਗੁਜ਼ਾਰ ਚੁੱਕਾ ਸੀ। ਪੁੱਤਰ ਨੂੰ ਪੜ੍ਹਾ ਕੇ ਉਹ ਆਪਣੀ ਸਰਕਾਰ ਮਾਈ ਬਾਪ ਦੀ ਮਦਦ ਨਾਲ ਉਸਨੂੰ ਕਿਸੇ ਬਹੁਤ ਉੱਚੇ ਮਰਾਤਬੇ ਤੇ ਪਹੁੰਚਾਉਣ ਦੇ ਸੁਪਨੇ ਲਿਆ ਕਰਦਾ ਸੀ। ਪਰ ਜਿਉਂ ਹੀ ਪੁੱਤਰ ਨੇ ਹਕੂਮਤ ਦੇ ਬਾਗੀਆਂ ਨਾਲ ਰਲਣਾ ਸ਼ੁਰੂ ਕੀਤਾ ਕਿ ਦੋਹਾਂ ਪਿਓ ਪੁੱਤਰਾਂ ਦੇ ਰਾਹ ਵੱਖੋ ਵੱਖਰੇ ਹੋ ਗਏ। ਸਮਝਾਣ ਬੁਝਾਉਣ ਵਿੱਚ ਜਦ ਸੂਬੇਦਾਰ ਹੋਰੀ ਸਫਲ ਨਾ ਹੋ ਸਕੇ ਤਾਂ ਆਪਣੀ ਫੌਜੀ ਤਬੀਅਤ ਅਨੁਸਾਰ ਪੁੱਤਰ ਨੂੰ ਪਾਰਖਤੀ ਦੇ ਦਿੱਤੀ ਤੇ ਸਾਰੀ ਉਮਰ ਉਸਨੂੰ ਮੱਥੇ ਨਾ ਲਾਉਣ ਦੀ ਸਹੁੰ ਖਾ ਲਈ। ਜਿਉਂ ਹੀ ਡਾਕਟਰ ਆਨੰਦ ਨੂੰ ਪਾਰਖਤੀ ਮਿਲੀ ਕਿ ਉਸਦੀ ਦੇਸ਼ ਭਗਤੀ ਦੀ ਲਗਨ ਹੋਰ ਵੀ ਸਾਨ ਤੇ ਚੜ੍ਹ ਗਈ, ਉਸਨੇ ਘਰ-ਬਾਰ ਛੱਡ ਕੇ ਅੰਬਾਲੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਉਸਨੂੰ ਆਪਣੇ ਕੰਮ ਵਿੱਚ ਬਹੁਤ ਸਫਲਤਾ ਨਾ ਹੋਈ, ਪਰ ਜਿਉਂ ਹੀ ਇੱਕ ਤੋਂ ਬਾਅਦ ਦੂਜੀ ਵਾਰੀ ਉਸਨੂੰ ਜੇਲ੍ਹ ਜਾਣ ਦਾ ਮੌਕਾ ਮਿਲਿਆ ਕਿ ਜਿੱਥੇ ਉਹਦੀ ਦੇਸ਼ ਭਗਤੀ ਦੀਆਂ ਧੁੰਮਾਂ ਪੈ ਗਈਆਂ, ਉੱਥੇ ਉਸਦਾ ਕਾਰੋਬਾਰ ਵੀ ਖੂਬ ਚਮਕ ਪਿਆ। ਜਿਉਂ-ਜਿਉਂ ਉਸਦੀ ਸ਼ੌਹਰਤ ਵੱਧਦੀ ਗਈ, ਉਸਦੇ ਸਫਾਖਾਨੇ ਵਿੱਚ ਮਰੀਜ਼ਾਂ ਦੀ ਭੀੜ ਜ਼ਿਆਦਾ ਤੋਂ ਜ਼ਿਆਦਾ ਹੁੰਦੀ ਗਈ। ਇਸ ਉਤਸ਼ਾਹ ਦਾ ਫਲ ਰੂਪ ਡਾਕਟਰ ਦੇ ਅੰਦਰ ਸੇਵਾ ਤੇ ਤਿਆਗ ਦੇ ਭਾਵ ਹੋਰ ਵੀ ਜ਼ੋਰ ਫੜਦੇ ਗਏ। ਜਵਾਨੀ ਵਿੱਚ ਪਹੁੰਚ ਕੇ ਵਿਆਹ ਸ਼ਾਦੀ ਦਾ ਸਵਾਲ ਹਰ ਇੱਕ ਨੌਜਵਾਨ ਦੇ ਸਾਹਮਣੇ ਪੈਦਾ ਹੋਣਾ ਕੁਦਰਤੀ ਗੱਲ ਹੈ। ਡਾਕਟਰ ਆਨੰਦ ਦੇ ਸਾਹਮਣੇ ਵੀ ਸੀ। ਉਹ ਇਸ ਵੇਲੇ ਚੰਗੀ ਪੋਜੀਸ਼ਨ ਵਿੱਚ ਸੀ। ਵੱਡੇ ਤੋਂ ਵੱਡੇ ਘਰਾਣੇ ਦੀ ਲੜਕੀ ਪ੍ਰਾਪਤ ਕਰ ਸਕਣਾ ਉਸ ਲਈ ਕੁਝ ਵੀ ਮੁਸ਼ਕਿਲ ਨਹੀਂ ਸੀ। ਕਈਆਂ ਕੁੜੀਆਂ ਦੇ ਮਾਪਿਆਂ ਨੇ ਉਸਨੂੰ ਟੋਹਿਆ ਟੁੰਬਿਆ ਵੀ, ਪਰ ਡਾਕਟਰ ਤਾਂ ਲੋਹੇ ਦਾ ਥਣ ਹੀ ਬਣਿਆ ਬੈਠਾ ਸੀ। ਇਸ ਕਰਕੇ ਕਈ ਲੋਕੀ ਉਸਨੂੰ ਜਨੂਨੀ ਜਾਂ ਨੀਮ ਪਾਗਲ ਆਖਣ ਲੱਗ ਪਏ ਸਨ। ਵਿਆਹ ਦੇ ਸਬੰਧ ਵਿੱਚ ਉਸਦਾ ਅਨੋਖਾ ਜਿਹਾ ਸਿਧਾਂਤ ਸੀ, ਜਿਸ ਦਾ ਮਤਲਬ ਇਹੋ ਨਿਕਲਦਾ ਸੀ ਕਿ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਉਸਦਾ ਕਹਿਣਾ ਸੀ ਕਿ ਮੈਂ ਨਿਰਾਪੁਰਾ ਗ੍ਰਹਿਸਥ ਦੀ ਗੱਡੀ ਖਿੱਚਣ ਲਈ ਵਿਆਹ ਨਹੀਂ ਕਰਾਉਣਾ, ਸਗੋਂ ਆਦਰਸ਼ਕ ਜੀਵਨ ਜੀਣ ਖਾਤਰ ਕਰਵਾਵਾਂਗਾ। ਮੈਨੂੰ ਉਹ ਸਾਥਣ ਚਾਹੀਦੀ ਹੈ ਜਿਹੜੀ ਮੇਰੇ ਨਾਲ ਬਰਾਬਰ ਦੀ ਉਡਾਰੀ ਲਾ ਸਕੇ, ਮੇਰੀ ਹਮ ਖਿਆਲ ਹੋਵੇ, ਮੇਰੀ ਹਮ ਨਸ਼ੀਨ ਤੇ ਮੇਰੀ ਹਮ ਅਸੂਲ ਹੋਵੇ। ਜਨੂਨੀ ਸਹੀ, ਸਿਰੜੀ ਸਹੀ, ਜਾਂ ਜੋ ਕੁਝ ਵੀ ਸਮਝ ਲਓ ਸਹੀ,
ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਆਨੰਦ ਦੀ ਸ਼ੋਭਾ ਸ਼ਹਿਰ ਦੇ ਗਲੀ ਕੂਚੇ ਫੈਲ ਚੁੱਕੀ ਸੀ। ਫਿਰ ਜਦ ਤੋਂ ਉਸਨੇ ਆਪਣੀ ਦੁਕਾਨ ਅੱਗੇ ਗਰੀਬਾਂ ਤੇ ਰਫਿਊਜ਼ੀਆਂ ਲਈ ਇਲਾਜ ਮੁਫਤ ਦਾ ਸਾਈਨ ਬੋਰਡ ਲਾਇਆ ਤਾਂ ਤੋਂ ਅਵਤਾਰਾਂ ਵਾਂਗ ਉਸਦੀ ਪੂਜਾ ਹੋਣ ਲੱਗੀ। ਉਸ ਦੀ ਸਖਾਵਤ ਤੋਂ ਲਾਭ ਉਠਾਉਣ ਲਈ ਕਈ ਸਰਦੇ ਪੁੱਜਦੇ ਲੋਕ ਵੀ ਆਪਣੇ ਆਪ ਨੂੰ ਗਰੀਬ ਦੱਸ ਕੇ ਅਤੇ ਸਥਾਨਕ ਬਾਸ਼ਿੰਦੇ ਆਪਣੇ ਆਪ ਨੂੰ ਸਰਨਾਰਥੀ ਪ੍ਰਗਟ ਕਰਕੇ ਮੁਫਤ ਦਵਾਈਆਂ ਲੈ ਜਾਇਆ ਕਰਦੇ। ਉਸ ਦੀ ਦੁਕਾਨ ਅੱਗੇ ਹਰ ਵੇਲੇ ਦੀਵਾਲੀ ਵਿਸਾਖੀ ਦਾ ਮੇਲਾ ਹੀ ਲੱਗਾ ਰਹਿੰਦਾ। ਭਾਰਤ ਨੂੰ 2 ਸਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਰੱਖਣ ਤੋਂ ਬਾਅਦ ਹਿੰਦੁਸਤਾਨ ਦੇ ਚਿੱਟੇ ਮਾਈ-ਬਾਪ ਇੱਥੋਂ ਜਾਂਦੇ ਜਾਂਦੇ ਸਾਡੇ ਬਾਰੂਦਖਾਨੇ ਵਿੱਚ ਫਸਾਦਾਂ ਦੀ ਚਿੰਗ ਸੁੱਟ ਗਏ ਸਨ, ਜਿਸ ਦੀ ਫਲ ਪ੍ਰਾਪਤੀ ਤੋਂ ਕੌਣ ਜਾਣੂ ਨਹੀਂ। ਫਿਰ ਵੀ ਹਰ ਇੱਕ ਜ਼ੁਬਾਨੋਂ ਸੁਣਾਈ ਦਿੰਦਾ ਭਾਰਤ ਆਜ਼ਾਦ ਹੋ ਗਿਆ ਤੇ ਇਸ ਆਜ਼ਾਦੀ ਦੀ ਖੁਸ਼ੀ ਵਿੱਚ 15 ਅਗਸਤ 1947 ਨੂੰ ਭਾਰਤੀਆਂ ਵੱਲੋਂ ਥਾਂ-ਥਾਂ ਜਸ਼ਨ ਮਨਾਏ ਗਏ। ਉਸ ਦਿਨ ਅਰਥਾਤ 15 ਅਗਸਤ ਨੂੰ ਅੰਬਾਲੇ ਦੀ ਆਮ ਜਨਤਾ ਤੇ ਕਾਂਗਰਸੀ ਸੇਵਕਾਂ ਦੇ ਇੱਕ ਭਾਰੀ ਇਕੱਠ ਵਿੱਚ ਡਾਕਟਰ ਆਨੰਦ ਦੇ ਪ੍ਰਣ ਉਪਾਸਨ ਦੀ ਰਸਮ ਅਦਾ ਕੀਤੀ ਗਈ ਸੀ। ਕਈਆਂ ਸਾਲਾਂ ਬਾਅਦ ਡਾਕਟਰ ਨੇ ਪੈਰੀ ਚੱਪਲਾਂ ਪਾਈਆਂ, ਦੂਜੇ ਡੰਗ ਦੀ ਰੋਟੀ ਖਾਣੀ ਸ਼ੁਰੂ ਕੀਤੀ ਤੇ ਫਰਸ਼ ਦੇ ਥਾਂ ਮੰਜੇ ਤੇ ਸੌਣਾ ਆਰੰਭਿਆ। ਇਸ ਸੰਮੇਲਨ ਵਿੱਚ ਸ਼ਹਿਰ ਦੇ ਵੱਡੇ ਵੱਡੇ ਪਤਵੰਤੇ ਤੇ ਹਾਕਮ ਸ਼ਾਮਿਲ ਹੋਏ ਸਨ, ਜਿਨ੍ਹਾਂ ਨੇ ਮੁਕਤ ਕੰਠ ਨਾਲ ਡਾਕਟਰ ਆਨੰਦ ਦੀਆਂ ਘਾਲਨਾਵਾਂ ਤੇ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਉਸ ਦੇ ਗਲੇ ਵਿੱਚ ਹਾਰ ਪਹਿਨਾਏ ਸਨ। ਫਿਰ ਇੱਕ ਸਮਾਂ ਆਇਆ ਜਿਸ ਨੇ ਡਾਕਟਰ ਦੇ ਪ੍ਰਸ਼ੰਸਕਾਂ ਵਿੱਚ ਹੋਰ ਵਾਧਾ ਕਰ ਦਿੱਤਾ। ਅੰਬਾਲੇ ਦੇ ਸਾਰੇ ਰਕਬੇ ਵਿੱਚ ਡਾਕਟਰ ਆਨੰਦ ਨੂੰ ਧਨੰਤਰ ਤੇ ਹਾਤਮਤਾਈ ਦਾ ਦਰਜਾ ਦਿੱਤਾ ਜਾਣ ਲੱਗਾ। ਇਹ ਸਮਾਂ ਉਹ ਸੀ ਜਦੋਂ ਪੰਜਾਬ ਦੀ ਵੰਡ ਤੋਂ ਬਾਅਦ ਇਸ ਦੇ ਵਾਸੀਆਂ ਦੀਆਂ ਹੱਡੀਆਂ ਤੇ ਮਿੱਝ ਦੀਆਂ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਜਦ ਇੱਧਰੋਂ ਉੱਧਰ ਜਾਣ ਵਾਲੀਆਂ ਤੇ ਉੱਧਰੋਂ ਇੱਧਰ ਆਉਣ ਵਾਲੀਆਂ ਸਮੁੱਚੀਆਂ ਰੇਲ ਗੱਡੀਆਂ ਨੂੰ ਮਨੁੱਖੀ ਲਹੂ ਤੇ ਕੱਟੀਆਂ ਹੋਈਆਂ ਲੋਥਾਂ ਨਾਲ ਭਰ ਦਿੱਤਾ ਜਾਂਦਾ ਸੀ। ਇਹੋ ਸਮਾਂ ਸੀ ਜਦ ਡਾਕਟਰ ਆਨੰਦ ਦਾ ਇੱਕ ਇੱਕ ਪਲ ਲਹੂ ਦੇ ਚਿੱਕੜ ਤੇ ਲੋਥਾਂ ਦੇ ਅੰਬਾਰਾਂ ਵਿੱਚ ਘੁੰਮਦਿਆਂ ਬੀਤਦਾ ਸੀ। ਜਦ ਨਾ ਸਰਕਾਰੀ ਹਸਪਤਾਲਾਂ ਵਿੱਚ ਕੋਈ ਥਾਂ ਬਚੀ ਸੀ, ਨਾ ਗੈਰ ਸਰਕਾਰੀ ਸਫਾਖਾਨਿਆਂ ਵਿੱਚ। ਇਹਨਾਂ ਦਿਨਾਂ ਵਿੱਚ ਡਾਕਟਰ ਆਨੰਦ ਦੇ ਮਕਾਨ ਤੇ ਉਸਦੇ ਵਿਹੜੇ ਵਿੱਚ ਅਨੇਕਾਂ ਮੰਜੇ ਮਰੀਜ਼ਾਂ ਨਾਲ ਭਰੇ ਹੋਏ ਸਨ। ਦਿਨ ਰਾਤ ਤੇ 24 ਘੰਟੇ ਉਸਨੂੰ ਐਪਰਨ ਗਲੋਂ ਉਤਾਰਨਾ ਨਸੀਬ ਨਹੀਂ ਸੀ ਹੁੰਦਾ। ਆਪਣੇ ਕੁਝ ਸਹਿਕਾਰੀਆਂ ਦੀ ਮੌਜੂਦਗੀ ਵਿੱਚ ਉਹ ਇੱਕ ਟ੍ਰੇਨ ਦੇ ਵੱਡੇ ਟੁੱਕੇ ਲੋਕਾਂ ਵਿੱਚੋਂ ਜਿਉਂਦਿਆਂ ਸੈਕਦਿਆਂ ਦੀ ਚੋਣ ਕਰਕੇ ਮਸੇ ਵਿਹਲਾ ਹੁੰਦਾ ਕਿ ਕੋਈ ਹੋਰ ਗੱਡੀ ਆ ਮੌਜੂਦ ਹੁੰਦੀ। ਡਾਕਟਰ ਉਵੇਂ ਹੀ ਲਹੂ ਲਿਬੜੇ ਐਪਰਨ ਨਾਲ ਇੱਧਰੋਂ ਉੱਠਦਾ ਉੱਧਰ ਭੱਜ ਵਗਦਾ। ਨਾ ਭੁੱਖ ਦੀ, ਨਾ ਨੀਂਦਰ ਦੀ ਤੇ ਨਾ ਹੀ ਥਕੇਵੇਂ ਦੀ ਪਰਵਾਹ ਕਰਦਿਆਂ ਉਸਨੇ 2 ਕੁ ਮਹੀਨੇ ਨਿਰੰਤਰ ਦੇਸ਼ ਸੇਵਾ ਵਿੱਚ ਗੁਜ਼ਾਰੇ, ਜਿਸ ਦਾ ਫਲ ਰੂਪ ਸੈਂਕੜੇ ਨਹੀਂ ਹਜ਼ਾਰਾਂ ਰੱਬ ਦੇ ਜੀ ਮੌਤ ਦੀਆਂ ਦਾੜਾਂ ਹੇਠੋਂ ਨਿਕਲ ਕੇ ਇੱਕ ਵਾਰੀ ਫੇਰ ਜ਼ਿੰਦਗੀ ਵਿੱਚ ਪਰਤ ਆਏ। ਡਾਕਟਰ ਆਨੰਦ ਦੀਆਂ ਇਹਨਾਂ ਬੇਮਿਸਾਲ ਕਰਨੀਆਂ ਨੂੰ ਵੇਖ ਤੇ ਸੁਣ ਕੇ ਲੋਕੀ ਮੂੰਹ ਵਿੱਚ ਉਂਗਲਾਂ ਪਾ ਲੈਂਦੇ। ਉੜਕ ਜਦ ਨਿੱਤ ਦੇ ਥਕੇਵਿਆਂ ਤੇ ਜਗਰਾਤਿਆਂ ਕਾਰਨ ਉਹ ਮੰਜੇ ਉੱਤੇ ਪੈ ਗਿਆ ਤਾਂ ਉਸਦੀ ਅਰੋਗਤਾ ਲਈ ਲੋਕਾਂ ਨੇ ਆਪਣੇ ਇਸ਼ਟ ਦੇਵ ਪਾਸ ਕਿੰਨੀਆਂ ਕੁ ਪ੍ਰਾਰਥਨਾਵਾਂ ਕੀਤੀਆਂ, ਵਿਸ਼ੇਸ਼ ਤੌਰ ਤੇ ਉਹਨਾਂ ਮਰੀਜ਼ਾਂ ਨੇ ਜਿਨ੍ਹਾਂ ਦੀ ਡੋਰ ਹਜੇ ਤੀਕ ਕੇਵਲ ਉਸਦੇ ਹੱਥ ਸੀ। ਰੱਬੀ ਦਰਗਾਹ ਵਿੱਚ ਕਿੰਨੇ ਕੁ ਅਥਰੂ ਵਹਾਏ, ਇਸ ਦੀ ਗਿਣਤੀ ਮਿੰਤੀ ਕਰਨੀ ਅਸੰਭਵ ਸੀ। ਦੁਖੀਆਂ ਦੇ ਇਸ ਮਸੀਹਾ ਨੇ ਜਦ ਕੁਝ ਦਿਨਾਂ ਬਾਅਦ ਤੰਦਰੁਸਤ ਹੋ ਕੇ ਮੰਜਾ ਛੱਡਿਆ ਤਾਂ ਫਿਰ ਉਹੀ ਡਾਕਟਰ ਆਨੰਦ ਤੇ ਉਹੀ ਉਸਦੇ ਅੰਥਕ ਤੇ ਅਮੁੱਕ ਰੁਝੇਵੇਂ ਸਨ। ਲਹੂ ਤੇ ਅੱਗ ਦਾ ਤੂਫਾਨ ਹਜੇ ਪੂਰੀ ਤਰ੍ਹਾਂ ਥੰਮਿਆ ਵੀ ਨਹੀਂ ਸੀ ਕਿ ਵਤਨ ਛੋੜਾਂ ਦੀਆਂ ਵਹੀਰਾਂ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਉਣੀਆਂ ਸ਼ੁਰੂ ਹੋ ਗਈਆਂ। ਰੇਲਾਂ, ਮੋਟਰਾਂ ਤੇ ਹਵਾਈ ਸਰਵਿਸਾਂ ਤੋਂ ਵੀ ਜਦ ਕੁਝ ਨਾ ਸਰਿਆ ਤਾਂ ਦੋਹਾਂ ਪੰਜਾਬਾਂ ਦੇ ਵਸਨੀਕਾਂ ਨੇ ਲੰਮੇ ਕਾਫਲਿਆਂ ਦੀ ਸ਼ਕਲ ਵਿੱਚ ਪੈਦਲ ਸਫ਼ਰ ਸ਼ੁਰੂ ਕਰ ਦਿੱਤੇ, ਜਿਹੜੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਦੇਸ਼ ਦੇ ਹਰ ਪਾਸੇ ਫੈਲਦੇ ਜਾ ਰਹੇ ਸਨ। ਖਾਸ ਕਰਕੇ ਪੂਰਬੀ ਪੰਜਾਬ ਤਾਂ ਇਹਨਾਂ ਨਾਲ ਪੂਰਿਆ ਗਿਆ। ਡਾਕਟਰ ਆਨੰਦ ਨੇ ਆਪਣੀ ਸੇਵਾ ਦੇ ਦਾਇਰੇ ਨੂੰ ਹੋਰ ਚੌੜਾ ਕਰ ਦਿੱਤਾ। ਡਾਕਟਰੀ ਸਰਵਿਸ ਤੋਂ ਛੁੱਟ ਉਸਨੇ ਇੱਕ ਹੋਰ ਰਸਤੇ ਨੂੰ ਵੀ ਅਪਣਾਉਣਾ ਸ਼ੁਰੂ ਕੀਤਾ, ਜਿਹੜਾ ਦਵਾ ਦਾਰੂ ਤੇ ਮਲਮ ਪੱਟੀ ਨਾਲੋਂ ਵੀ ਕਿਤੇ ਜ਼ਰੂਰੀ ਸੀ, ਤੇ ਇਹ ਸੀ ਭੁੱਖ ਨਾਲ ਲੂਣੀਆਂ ਲੈਂਦੀ ਉਸ ਬੇਉੜਕ ਖਲਕਤ ਲਈ ਖੁਰਾਕ ਪੈਦਾ ਕਰਨ ਦਾ ਕੰਮ। ਸੋ ਡਾਕਟਰ ਤੇ ਉਸਦੀ ਪਾਰਟੀ ਦਾ ਕੰਮ ਸੀ ਗਲੀ ਮੁਹੱਲੇ ਲੋਹਾਂ ਰਖਾਣੀਆਂ, ਅੰਨ ਪਕਵਾਣਾ ਤੇ ਰੋਜ਼ਾਨਾ ਸੈਂਕੜੇ ਮਨ ਰੋਟੀਆਂ ਟਰੱਕਾਂ ਵਿੱਚ ਭਰ ਕੇ ਭੁੱਖਿਆਂ ਤੀਕ ਪਹੁੰਚਾਉਣੀਆਂ। ਮੁੱਕਦੀ ਗੱਲ ਕਿ ਡਾਕਟਰ ਅੰਬਾਲਾ ਸ਼ਹਿਰ ਤੇ ਛਾਵਣੀ ਲਈ ਜੇ ਕੁਝ ਚਿਰ ਪਹਿਲਾਂ ਧਨੰਤਰ ਜਾਂ ਲੁਕਮਾਨ ਸਮਝਿਆ ਜਾਂਦਾ ਸੀ ਤਾਂ ਇੰਨੀ ਦਿਨੀ ਅੰਨਦਾਤਾ ਬਣ ਗਿਆ। ਕਾਂਗਰਸ ਹਕੂਮਤ, ਜਿਸ ਨੇ ਨਵੀਂ ਹਕੂਮਤ ਦੀ ਵਾਂਗਡੋਰ ਸੰਭਾਲੀ ਸੀ, ਇੱਕਦਮ ਉਜੜੀ ਦੁਨੀਆ ਦੇ ਲੱਖਾਂ ਜੀਆਂ ਨੂੰ ਸੰਭਾਲਣ ਤੋਂ ਅਸਮਰਥ ਸੀ। ਫਿਰ ਵੀ ਇਹ ਤਾਂ ਮੰਨਣਾ ਹੀ ਪਵੇਗਾ ਕਿ ਮਾਂ ਭਾਵੇਂ ਅਸਮਰਥ ਤੇ ਕਮਜ਼ੋਰ ਹੀ ਸੀ, ਪਰ ਹੈ ਤਾਂ ਸਕੀ ਮਾਂ ਸੀ। ਜੇ ਕਦੀ ਇਹੋ ਜਿਹਾ ਉਥਲ-ਪੁਥਲ ਮਤਰੇਈ ਮਾਂ ਦੇ ਜ਼ਮਾਨੇ ਵਿੱਚ ਮਚਦਾ ਤਾਂ ਨਿਰਸੰਦੇਹ ਲੱਖਾਂ ਨਹੀਂ ਕਰੋੜਾਂ ਰੱਬ ਦੇ ਜੀ ਕੇਵਲ ਭੁੱਖ ਨਾਲ ਹੀ ਮੌਤ ਦਾ ਖਾਜਾ ਬਣ ਜਾਂਦੇ।
ਜਿਸ ਦੀ ਮਿਸਾਲ 1942 ਦੇ ਬੰਗਾਲ ਕਾਲ ਦੇ ਰੂਪ ਵਿੱਚ ਸਾਡੇ ਸਾਹਮਣੇ ਮੌਜੂਦ ਹੈ। ਹਕੂਮਤ ਨੇ ਹੋਰ ਸਭਨਾਂ ਪਾਸਿਆਂ ਤੋਂ ਆਪਣਾ ਧਿਆਨ ਰੋਕ ਕੇ ਕੇਵਲ ਸ਼ਰਨਾਰਥੀਆਂ ਨੂੰ ਬਚਾਉਣ ਵੱਲ ਲਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ ਵੀ ਪਬਲਿਕ ਤੌਰ ਤੇ ਉਹਨਾਂ ਦੀ ਸੰਭਾਲ ਦਾ ਕੰਮ ਬਹੁਤ ਹੱਦ ਤੱਕ ਆਮ ਲੋਕਾਂ ਦੇ ਜ਼ਿੰਮੇ ਸੀ। ਮਨੁੱਖ ਸ਼੍ਰੇਣੀ ਵਿੱਚੋਂ ਪੈਦਾ ਹੋਏ ਇਸ ਫਰਿਸ਼ਤੇ ਡਾਕਟਰ ਆਨੰਦ ਦੀਆਂ ਕਰਨੀਆਂ ਦਾ ਚਰਚਾ ਕਿਹੜੇ ਥਾਂ ਨਾ ਪੁੱਜਿਆ ਹੋਵੇਗਾ। ਫਿਰ ਕੀ ਹਕੂਮਤ ਇਸ ਤੋਂ ਬੇਖਬਰ ਰਹਿੰਦੀ? ਰਿਫਿਊਜ਼ੀਆਂ ਦੀ ਦੇਖਭਾਲ ਤੇ ਉਹਨਾਂ ਨੂੰ ਆਸਰਾ ਟਿਕਾਣਾ ਦੇਣ ਦਿਵਾਉਣ ਦੇ ਸਬੰਧ ਵਿੱਚ ਵੱਖੋ-ਵੱਖ ਸਮਿਆਂ ਉੱਤੇ ਕਈ ਜ਼ਿੰਮੇਵਾਰੀਆਂ ਹਕੂਮਤ ਵੱਲੋਂ ਹੋਰ ਲੋਕਾਂ ਦੇ ਨਾਲ-ਨਾਲ ਡਾਕਟਰ ਆਨੰਦ ਨੂੰ ਵੀ ਸੌਂਪੀਆਂ ਜਾਂਦੀਆਂ ਰਹੀਆਂ ਸਨ, ਜਿਸ ਕਰਕੇ ਉਸ ਦੇ ਰੁਝੇਵਿਆਂ ਵਿੱਚ ਦਿਨੋ-ਦਿਨ ਵਾਧਾ ਹੁੰਦਾ ਚਲਾ ਗਿਆ। ਕੰਮਕਾਰ ਦੇ ਖਿਲਾਰੇ ਤੇ ਆਉਣ ਜਾਣ ਵਾਲਿਆਂ ਦੀ ਬਹੁਤਾਤ ਕਰਕੇ ਡਾਕਟਰ ਆਨੰਦ ਦਾ ਨਿੱਜੀ ਮਕਾਨ ਕਾਫੀ ਨਹੀਂ ਸੀ, ਜਿਸ ਕਰਕੇ ਉਸ ਨੂੰ ਜੇਲ੍ਹ ਰੋਡ ਉੱਤੇ ਇੱਕ ਕਿਸੇ ਮੁਸਲਮਾਨ ਦੀ ਛੱਡੀ ਹੋਈ ਵਿਸ਼ਾਲ ਕੋਠੀ ਅਲਾਟ ਕਰ ਦਿੱਤੀ ਗਈ, ਜਿਸ ਨੂੰ ਲੈਣ ਵਿੱਚ ਪਹਿਲਾਂ ਤਾਂ ਉਸਨੇ ਨਾ ਨੁੱਕਰ ਕੀਤੀ, ਪਰ ਸ਼ਹਿਰ ਦੇ ਲੋਕਾਂ ਨੇ ਜਦ ਜ਼ੋਰ ਦਿੱਤਾ ਤਾਂ ਉਸਨੂੰ ਇਹ ਕਬੂਲਣੀ ਪਈ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਸਬਜ਼ੀ ਮੰਡੀ ਕੋਲ ਕਰਕੇ ਉਸਦੀ ਦੁਕਾਨ ਸੀ, ਪਰ ਜਦ ਤੋਂ ਉਸਨੂੰ ਜੇਲ੍ਹ ਰੋਡ ਵਾਲੀ ਕੋਠੀ ਅਲਾਟ ਹੋਈ, ਸ਼ਹਿਰ ਵਾਲੀ ਦੁਕਾਨ ਉਸਨੇ ਛੱਡ ਦਿੱਤੀ, ਕਿਉਂਕਿ ਰੁਝੇਵਿਆਂ ਦੇ ਵੱਧ ਜਾਣ ਕਰਕੇ ਹੁਣ ਉਹ ਦੁਕਾਨ ਦਾ ਖਟਰਾਕ ਨਹੀਂ ਸੀ ਨਿਭਾ ਸਕਦਾ, ਜਦਕਿ ਅੰਬਾਲੇ ਦੇ ਰਿਫਿਊਜੀ ਕੈਂਪਾਂ ਵਿੱਚ ਉਸਨੂੰ ਰੋਜ਼ਾਨਾ ਡਿਊਟੀ ਦੇਣੀ ਪੈਂਦੀ ਸੀ। ਜਿਨ੍ਹਾਂ ਬਿਮਾਰਾਂ ਨੇ ਉਸ ਪਾਸ ਆਉਣਾ ਹੁੰਦਾ ਉਹ ਕੋਠੀ ਹੀ ਪਹੁੰਚ ਜਾਇਆ ਕਰਦੇ। ਬਿਮਾਰ ਵਿਚਾਰੇ ਤਾਂ ਕੇਵਲ ਆਪਣੀ ਰੋਗ ਨਿਵਰਤੀ ਲਈ ਉਸ ਪਾਸ ਆਉਂਦੇ ਸਨ, ਪਰ ਮਕਾਨਾਂ ਤੇ ਵਰਕਸ਼ਾਪਾਂ ਦੇ ਮੁਤਲਾਸ਼ੀ, ਜਿਨ੍ਹਾਂ ਵਿੱਚ ਕਈ ਸਥਾਨਕ ਲੋਕ ਵੀ ਸਨ, ਆਪਣੇ ਆਪ ਨੂੰ ਰਿਫਿਊਜੀ ਦੱਸ ਕੇ ਉਸ ਪਾਸ ਆਪਣੇ ਦੁੱਖਾਂ ਦੀਆਂ ਬਨੌਟੀ ਕਹਾਣੀਆਂ ਲੈ ਕੇ ਆ ਪਹੁੰਚਦੇ। ਲੋਕ ਜਦ ਮੁਸਲਮਾਨਾਂ ਦੇ ਛੱਡੇ ਹੋਏ ਭਰੇ ਭਰਾਏ ਘਰਾਂ ਤੇ ਮਾਲ ਨਾਲ ਆਫਰੀਆਂ ਦੁਕਾਨਾਂ ਵੱਲ ਤੱਕਦੇ ਤਾਂ ਉਹਨਾਂ ਦੇ ਮੂੰਹ ਵਿੱਚ ਪਾਣੀ ਭਰ ਆਉਂਦਾ ਤੇ ਕਈ ਤਰ੍ਹਾਂ ਦੀਆਂ ਹੇਰਾਫੇਰੀਆਂ ਨਾਲ ਇਹਨਾਂ ਨੂੰ ਹਥਿਆਉਣ ਖਾਤਰ ਡਾਕਟਰ ਆਨੰਦ ਦਾ ਬੂਹਾ ਖੜਕਾਉਂਦੇ। ਮੁਸ਼ਕਿਲ ਇਹ ਕਿ ਰਿਫਿਊਜੀ ਵੀ ਸਾਰੇ ਧਰਮ ਰਾਸਤੇ ਉੱਤੇ ਨਹੀਂ ਸਨ ਚੱਲ ਰਹੇ। ਉਹਨਾਂ ਵਿੱਚ ਵੀ ਕਈ ਦਾ ਅਮਾਰੀ ਕਰਨ ਵਾਲੇ ਸਨ। ਘਰ ਦੇ ਜਿੰਨੇ ਜੀ ਹੁੰਦੇ, ਮਕਾਨ ਜਾਂ ਦੁਕਾਨਾਂ ਲਈ ਉਹਨਾਂ ਸਾਰਿਆਂ ਵੱਲੋਂ ਵੱਖ-ਵੱਖ ਦਰਖਾਸਤਾਂ ਭੁਗਤਾਈਆਂ ਜਾਂਦੀਆਂ। ਕੰਮ ਦੀ ਇੰਨੀ ਭਰਮਾਰ ਹੋ ਗਈ ਕਿ ਇਕੱਲੇ ਡਾਕਟਰ ਪਾਸੋਂ ਇਸ ਦਾ ਨਿਭਾਉਣਾ ਮੁਸ਼ਕਿਲ ਹੋ ਗਿਆ, ਜਿਸ ਕਰਕੇ ਹੌਲੀ-ਹੌਲੀ ਮਹਿਕਮਾ ਕਸਟੋਡੀਅਨ ਦਾ ਇੱਕ ਸਪੈਸ਼ਲ ਸਟਾਫ ਬਣ ਗਿਆ ਤੇ ਡਾਕਟਰ ਦੇ ਨਾਲ ਕੰਮ ਕਰਨ ਵਾਲਿਆਂ ਦੀ ਗਿਣਤੀ ਕਾਫੀ ਹੋ ਗਈ, ਜਿਸ ਕਰਕੇ ਉਸ ਨੂੰ ਕੁਝ ਆਰਾਮ ਨਸੀਬ ਹੋਣ ਲੱਗਾ। ਖੋਹ ਖਿੰਝ ਕੇ ਉਹ ਰੋਜ਼ਾਨਾ ਥੋੜਾ ਜਿਹਾ ਵਕਤ ਆਪਣੇ ਆਰਾਮ ਲਈ ਕੱਢਦਾ ਜ਼ਰੂਰ ਸੀ, ਪਰ ਲੋੜ ਨਾਲੋਂ ਬਹੁਤ ਘੱਟ। ਕਦੀ-ਕਦੀ ਤਾਂ ਇਸ ਹਰ ਵੇਲੇ ਦੀ ਹਜ਼ੂਰ ਤੇ ਜਨਾਬ ਤੋਂ ਛਿੱਥਾ ਪੈ ਜਾਂਦਾ। ਜਿਸ ਪਾਸੇ ਵੀ ਉਹ ਜਾਂਦਾ, ਭਾਵੇਂ ਰਫਾ ਹਾਜਤ ਲਈ ਵੀ ਅਨੇਕਾਂ ਸਵਾਲੀ ਹੱਥਾਂ ਵਿੱਚ ਦਰਖਾਸਤਾਂ ਫੜੀ ਉਸਦੇ ਮਗਰ ਫਿਰਦੇ ਹੋਏ ਮੌਕੇ ਦੀ ਭਾਲ ਵਿੱਚ ਰਹਿੰਦੇ ਕਿ ਕਿਵੇਂ ਉਹ ਇੱਕ ਵਾਰੀ ਉਹਨਾਂ ਵੱਲ ਤੱਕੇ ਤੇ ਉਹ ਦਰਖਾਸਤ ਦੇ ਨਾਲ ਹੀ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਸ਼ੁਰੂ ਕਰਨ। ਦਿਨ ਬੀਤਦੇ ਗਏ ਤੇ ਡਾਕਟਰ ਆਨੰਦ ਦੀਆਂ ਮਿਹਰਬਾਨੀਆਂ ਜਾਂ ਉਸਦੇ ਸਾਥੀ ਬਾਬੂਆਂ ਦੀਆਂ ਚਾਪਲੂਸੀਆਂ ਦਾ ਸਦਕਾ ਕਈਆਂ ਅਧਿਕਾਰੀਆਂ ਤੇ ਕਈਆਂ ਅਨਅਧਿਕਾਰੀਆਂ ਦੇ ਕਾਰਜ ਰਾਸ ਹੁੰਦੇ ਗਏ। ਅਖੀਰ ਜਦ ਉਸਨੂੰ ਪਤਾ ਲੱਗਾ ਕਿ ਉਸਦੇ ਨਾਲ ਕੰਮ ਕਰਨ ਵਾਲੇ ਬੜੀਆਂ ਅਜੀਬ ਚਲਾਕੀਆਂ ਨਾਲ ਲੋਕਾਂ ਦੇ ਕੰਮ ਕੱਢਦੇ ਤੇ ਇਸ ਦੇ ਬਦਲੇ ਲੋਕਾਂ ਪਾਸੋਂ ਸੈਂਕੜੇ ਰੁਪਏ ਮੁਸ਼ਦੇ ਨੇ, ਤਾਂ ਉਸਦੇ ਤਨ ਬਦਨ ਨੂੰ ਅੱਗ ਲੱਗ ਉੱਠੀ। ਉਸਨੇ ਕਈਆਂ ਨੂੰ ਡਾਂਟ ਡਪਟ ਕੀਤੀ, ਕਈਆਂ ਨੂੰ ਮੁਕੱਦਮੇ ਚਲਾਉਣ ਦੇ ਡਰਾਵੇ ਦਿੱਤੇ, ਪਰ ਇਸ ਦਾ ਅਸਰ ਕੁਝ ਵੀ ਨਾ ਹੋਇਆ। ਆਵਾਜ਼ ਉੱਤਿਆ ਹੋਇਆ ਸੀ। ਡਾਕਟਰ ਆਨੰਦ ਇਸ ਗੱਲੋਂ ਅਣਜਾਣ ਨਹੀਂ ਸੀ ਕਿ ਭਰੇ ਭਰਾਏ ਘਰਾਂ, ਹੱਟੀਆਂ, ਫੈਕਟਰੀਆਂ ਤੇ ਮਿੱਲਾਂ ਨੂੰ ਪ੍ਰਾਪਤ ਕਰਨ ਲਈ ਲੋਕਾਂ ਵੱਲੋਂ ਕੀ ਚਾਲਾਂ ਚੱਲੀਆਂ ਜਾ ਰਹੀਆਂ ਨੇ। ਉਹ ਕਚੀਚੀਆਂ ਖਾ ਉੱਠਦਾ। ਉਸ ਦਾ ਜੀ ਕਰਦਾ ਕਿ ਇਸ ਲੋਟੀ ਨੂੰ ਦੂਰ ਕਰਨ ਲਈ ਤੇ ਇਸ ਧੱਕੇਸ਼ਾਹੀ ਦਾ ਮਲੀਆ ਮੇਟ ਕਰਨ ਲਈ ਉਸਨੂੰ ਕੋਈ ਐਸੀ ਸ਼ਕਤੀ ਲੱਭ ਪਵੇ, ਜਿਸ ਦੀ ਮਦਦ ਨਾਲ ਉਹ ਰਾਤੋਂ ਉਰੇ ਇਹੋ ਜਿਹੇ ਲੋਕਾਂ ਨੂੰ ਜਹੰਨਮ ਰਸੀਦ ਕਰ ਦੇਵੇ। ਪਰ ਉਸਦੇ ਸਾਰੇ ਮਨਸੂਬੇ ਰੇਤ ਦੀ ਕੰਧ ਬਣ ਕੇ ਢਹਿ ਜਾਂਦੇ ਜਦੋਂ ਹੇਠਾਂ ਤੋਂ ਉੱਪਰ ਤੀਕ ਹਰ ਇੱਕ ਛੋਟੇ ਵੱਡੇ ਨੂੰ ਇਸ ਰੋਗ ਵਿੱਚ ਗਰਸਿਆ ਵੇਖਦਾ। ਉਸਨੇ ਵੱਡੇ ਵਡੇਰੇ ਅਫਸਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ, ਕੀ ਵੱਡੇ ਤੇ ਕੀ ਛੋਟੇ। ਕਈ ਵਾਰੀ ਜਦੋਂ ਉਸਨੂੰ ਘੜੀ ਪਲ ਲਈ ਇਕਾਂਤ ਵਿੱਚ ਸੋਚਣ ਦਾ ਮੌਕਾ ਮਿਲਦਾ ਤਾਂ ਹੈਰਾਨੀ ਦੇ ਨਾਲ ਹੀ ਉਸਦੀ ਝੁੰਝਲਾਹਟ ਵੀ ਹੱਦਾਂ ਬੰਨੇ ਟੱਪ ਜਾਂਦੀ। ਉਹ ਮੁੱਠਾਂ ਮੀਟ ਕੇ ਦਿਲ ਹੀ ਦਿਲ ਵਿੱਚ ਪੁਕਾਰ ਉੱਠਦਾ ਕਿ ਇਹ ਦੁਨੀਆ ਸਾਰੀ ਗਰਕਨ ਤੇ ਆ ਗਈ ਹੈ। ਕੀ ਇਮਾਨਦਾਰੀ ਤੇ ਦਿਆਨਤਦਾਰੀ ਦਾ ਲਫ਼ਜ਼ ਕੇਵਲ ਸ਼ਬਦਕੋਸ਼ ਦਾ ਹੀ ਸਰਮਾਇਆ ਰਹਿ ਗਏ ਨੇ? ਕਿ ਗਰੀਬਾਂ ਤੇ ਲੋੜਵੰਦਾਂ ਦੇ ਹੱਕਾਂ ਉੱਤੇ ਇਸ ਤਰ੍ਹਾਂ ਦਿਨ ਦੀਵੀਂ ਡਾਕੇ ਵੱਜਦੇ ਰਹਿਣਗੇ ਤਾਂ ਇਹਨਾਂ ਦੀ ਸੁਣਵਾਈ ਲਈ ਕਿਤੇ ਵੀ ਕੋਈ ਥਾਂ ਨਹੀਂ ਲੱਭੇਗਾ। ਕਦੀ ਉਹ ਇਸ ਗੱਲ ਨੂੰ ਇੱਕ ਹੋਰ ਪਹਿਲੂ ਤੋਂ ਸੋਚਣ ਲੱਗ ਪੈਂਦਾ, ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਨਿਕਲ ਸਕਦੇ। ਜਦ ਤੀਕ ਇਸ ਮਸ਼ੀਨ ਦੇ ਸੰਚਾਲਕ ਤਬਕੇ ਨੂੰ ਦਰੁਸਤ ਨਾ ਕੀਤਾ ਜਾਵੇ ਤਦ ਤੀਕ ਕੁਝ ਨਹੀਂ ਬਣ ਸਕਦਾ। ਜੇ ਮੈਂ ਯਤਨ ਕਰਾਂ ਤਾਂ ਅਸੈਂਬਲੀ ਦੀ ਕਿਸੇ ਕੁਰਸੀ ਤੀਕ ਜ਼ਰੂਰ ਉੱਪੜ ਪਵਾਂਗਾ। ਇੱਕ ਵਾਰੀ ਪਹੁੰਚਣ ਦੀ ਢਿੱਲ ਹੈ ਕਿ ਹੇਠਲੀ ਉੱਤੇ ਲਿਆ ਕੇ ਛੱਡਾਂਗਾ। ਇਹ ਭਾਰਗੋ ਤੇ ਸੰਚਰ ਵਜ਼ਾਰਤਾਂ ਕੁਝ ਨਹੀਂ ਸਵਾਰਨ ਜੋਗੀਆਂ। ਇੱਥੇ ਤਾਂ ਕੋਈ ਮਰਜੀਵੜਾ ਹੀ ਬੈਠ ਕੇ ਇਸ ਉੱਤੇ
ਹੋਏ ਆਵੇ ਨੂੰ ਠੀਕ ਕਰ ਸਕਦਾ ਹੈ। ਇਹ ਰਿਸ਼ਵਤਾਂ, ਚੋਰ ਬਾਜ਼ਾਰੀਆਂ, ਇਹ ਸਿਫਾਰਸ਼ੀ ਰਿਆਇਤਾਂ ਤੇ ਬੁਰਸ਼ੇਗਰਦੀਆਂ, ਕੀ ਵਜ਼ਾਰਤ ਵਿੱਚ ਕੋਈ ਬੰਦਾ ਨਹੀਂ ਜਿਹੜਾ ਇੱਕ ਵਾਰਾਂ ਬੁੱਢਾਂ ਤੋਂ ਲੈ ਕੇ ਛੇਕੜ ਤੀਕ ਸਾਰੀ ਇਸ ਗਲਤ ਉਨਤਰ ਦੇ ਬਖੀਏ ਉਧੇੜ ਸੁੱਟੇ। ਕਾਸ਼ ਕਦੀ ਉਹਨਾਂ ਦੇ ਥਾਂ ਮੈਂ ਹੁੰਦਾ। ਇਹਨਾਂ ਸੋਚਾਂ ਦੇ ਨਾਲ ਉਸਦੇ ਹਿਰਦੇ ਦੀ ਕਿਸੇ ਡੂੰਘੇਰੀ, ਅਤ ਡੂੰਘੇਰੀ ਤਹਿ ਹੇਠੋਂ ਇੱਕ ਹੋਰ ਆਵਾਜ਼ ਕਦੀ ਉਸਨੂੰ ਸੁਣਾਈ ਦਿੰਦੀ, ਮੈਂ ਵੀ ਤਾਂ ਉਹਨਾਂ ਵਰਗਾ ਹੀ ਇੱਕ ਇਨਸਾਨ ਹਾਂ ਜਿਸ ਨੇ ਅਸੂਲ ਦੀ ਖਾਤਰ ਆਪਣੀ ਜ਼ਿੰਦਗੀ ਦਾ ਚੋਖਾ ਹਿੱਸਾ ਜ਼ਫਰ ਜਾਲਦਿਆਂ ਤੇ ਕਸ਼ਟ ਸਹਿੰਦਿਆਂ ਗੁਜ਼ਾਰ ਦਿੱਤਾ ਹੈ। ਲੋਕ ਸੇਵਾ ਦੇ ਇਸ਼ਕ ਵਿੱਚ ਆਪਣੀ ਪ੍ਰੈਕਟਿਸ ਦੀ ਸਾਰੀ ਖੱਟੀ ਧਰਮ ਅਰਥ ਲਾ ਦਿੰਦਾ ਹਾਂ। ਮੇਰੀ ਸਾਰੀ ਪੂੰਜੀ ਸੇਵਾ ਦੀ ਵੇਦੀ ਉੱਤੇ ਆਹੂਤੀ ਦੇ ਚੁੱਕੀ ਹੈ। ਅੱਜ ਜੇ ਕੋਈ ਮੇਰਾ ਅੰਦਰ ਫੋਲ ਕੇ ਵੇਖੇ ਤਾਂ ਸਭ ਕੁਝ ਦੇ ਲੈ ਕੇ 5-4 ਹਜ਼ਾਰ ਦਾ ਕਰਜ਼ਾਈ ਹੀ ਨਿਕਲਾਂਗਾ। ਐਡਾ ਮਹਾਨ ਜਿਗਰਾ ਕਿਸੇ ਦਾ ਹੋਵੇਗਾ ਜਿਹੜਾ ਆਪਣੇ ਗ੍ਰਹਿਸਥ ਜੀਵਨ ਦੇ ਸਵਰਗੀ ਭਵਿੱਖ ਨੂੰ ਲੱਤ ਮਾਰ ਕੇ ਇੱਕ ਤਰ੍ਹਾਂ ਨਾਲ ਸਦਾ ਕੁਆਰਾ ਰਹਿਣ ਦੀ ਪ੍ਰਤੀਗਿਆ ਲੈ ਬੈਠੇ। ਜੇ ਮੈਂ ਚਾਹੁੰਦਾ ਤਾਂ ਅੱਜ ਆਪਣੀ ਪਤਨੀ, ਆਪਣੇ ਬਾਲ ਬੱਚੇ ਤੇ ਆਪਣੀ ਐਸ਼ਵਰਯ ਦੀ ਫੁਲਵਾੜੀ ਦਾ ਬਾਗਵਾਨ ਨਹੀਂ ਸਾਂ ਬਣ ਸਕਦਾ। ਜੇ ਮੈਂ ਚਾਹੁੰਦਾ ਤਾਂ ਆਪਣੀ ਪ੍ਰੈਕਟਿਸ ਵਿੱਚੋਂ ਲੱਖਾਂ ਰੁਪਏ ਕਮਾ ਕੇ ਸੁੱਖ ਦੇ ਪੰਘੂੜੇ ਨਹੀਂ ਸਾਂ ਲੁੱਟ ਸਕਦਾ। ਜੇ ਮੈਂ ਵੀ ਇਹਨਾਂ ਲੋਕਾਂ ਵਾਂਗ ਜ਼ਮੀਰ ਫਰੋਸ਼ੀ ਤੋਂ ਕੰਮ ਲੈਂਦਾ ਤਾਂ ਇਸ ਅੰਨੀ ਲੁੱਟ ਵਿੱਚੋਂ ਸਹਿਜੇ ਹੀ ਲੱਖਾਂ ਦੇ ਵਾਰੇ ਨਿਆਰੇ ਨਹੀਂ ਸਾਂ ਕਰ ਸਕਦਾ, ਜਦਕਿ ਸਭ ਕੁਝ ਮੇਰੇ ਇਖਤਿਆਰ ਵਿੱਚ ਹੈ। ਓਹ ਕਿਤਨੀ ਬੇਨਜ਼ੀਰ ਕੁਰਬਾਨੀ, ਕਿਤਨਾ ਕਠਨ ਤਿਆਗ। ਹਿਰਦੇ ਦੀ ਡੂੰਘਾਈ ਜਿੱਥੋਂ ਇਹ ਆਵਾਜ਼ਾਂ ਕਦੀ ਉਹ ਸੁਣਦਾ ਸੀ, ਉਸ ਤੋਂ ਵੀ ਹੇਠਲੀ ਕਿਸੇ ਹੋਰ ਤਹਿ ਵਿੱਚੋਂ ਕੁਝ ਹੋਰ ਹੀ ਤਰ੍ਹਾਂ ਦੀ ਫੁਸਫਸਾਹਟ ਜਿਹੀ ਵੀ ਉਸਨੂੰ ਸੁਣਾਈ ਦਿੰਦੀ। ਪਰ ਇਹ ਕੁਰਬਾਨੀ, ਇਹ ਤਿਆਗ ਕਦ ਤੱਕ? ਮੰਨਿਆ ਕਿ ਲੋਕ ਸੇਵਾ ਜ਼ਿੰਦਗੀ ਦੀਆਂ ਬਹੁਤ ਉੱਚੀਆਂ ਕੀਮਤਾਂ ਵਿੱਚੋਂ ਹੈ, ਪਰ ਪੇਟ ਦਾ ਟੋਇਆ ਪੂਰਨਾ ਤੇ ਤਨ ਦਾ ਨਗੇਜ਼ ਢਕਣਾ ਇਹ ਵੀ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ। ਆਖਿਰ ਕਦ ਤੱਕ ਮੈਂ ਪੱਲਿਓਂ ਖਾ ਕੇ ਇਹ ਘੋਲ ਘੁਲ ਸਕਾਂਗਾ? ਜਦੋਂ ਜ਼ਿੰਦਗੀ ਦੀ ਆਖਰੀ ਮੰਜ਼ਿਲ ਉੱਤੇ ਪਹੁੰਚ ਕੇ ਥੱਕ ਕੇ ਹਾਰ ਕੇ ਢਹਿ ਪਵਾਂਗਾ, ਫਿਰ ਕੀ ਬਣੇਗਾ? ਜਿਉਂ ਹੀ ਡਾਕਟਰ ਆਨੰਦ ਇਸ ਫੇਰ ਦੇ ਜਵਾਬ ਨੂੰ ਸੋਚਣ ਲੱਗਦਾ ਕਿ ਸੋਚਦਿਆਂ ਉਸਦਾ ਦਿਮਾਗ ਚੱਕਰਾ ਜਾਂਦਾ। ਇਸ ਚੱਕਰ ਵਿੱਚ ਘੁੰਮਦਾ ਇੱਕ ਹੋਰ ਖਿਆਲ ਉਸਦੇ ਸਾਹਮਣੇ ਆ ਪ੍ਰਗਟ ਹੁੰਦਾ। ਮੈਂ ਇੱਕ ਖਟਰਾਕ ਸਹੇੜੀ ਬੈਠਾ ਹਾਂ, ਰੋਜ਼ਾਨਾ ਰਿਫਿਊਜੀ ਕੈਂਪਾਂ ਵਿੱਚ ਭੱਜੇ ਫਿਰਨਾ, ਬਿਨਾਂ ਮੁੱਲ ਤੋਂ ਦਵਾਈਆਂ ਦੇਣੀਆਂ, ਇਸ ਨੂੰ ਕਦੋਂ ਤੀਕ ਨਿਭਾ ਸਕਾਂਗਾ? ਅਰੋਗਤਾ ਜਦੋਂ ਖਤਮ ਹੋ ਜਾਵੇਗੀ, ਪੈਸੇ ਟਕੇ ਵੱਲੋਂ ਜਦੋਂ ਨੰਗ ਹੋ ਬੈਠਾਂਗਾ, ਫਿਰ ਕੀ ਨਿਰੀ ਵਾਹ ਨਾਲ ਪੇਟ ਭਰ ਸਕੇਗਾ? ਕਿ ਮੈਨੂੰ ਅਨੇਕਾਂ ਵਾਰੀ ਉੱਪਰਲੇ ਹਾਕਮਾਂ ਵੱਲੋਂ ਤੇ ਜਨਤਾ ਵੱਲੋਂ ਕਿਹਾ ਨਹੀਂ ਜਾ ਚੁੱਕਾ ਕਿ ਇਸ ਦੇ ਬਦਲੇ ਮੈਨੂੰ ਜ਼ਰੂਰ ਕੁਝ ਨਾ ਕੁਝ ਸਵੀਕਾਰ ਕਰਨਾ ਚਾਹੀਦਾ ਹੈ? ਸੋਚਦਾ ਉਹ ਇੱਕ ਵਾਰਗੀ ਹੀ ਕਿਸੇ ਅਸਹਿ ਤੇ ਮਾਰੂ ਚਿੰਤਾ ਦੀ ਸੂਲੀ ਉੱਤੇ ਜਿਵੇਂ ਆਪਣੇ ਆਪ ਨੂੰ ਟੰਗਿਆ ਹੋਇਆ ਮਹਿਸੂਸ ਕਰਦਾ। ਕੋਈ ਦਿਲ ਤੋੜਵੀਂ ਜਿਹੀ ਚੀਜ਼ ਜਿਵੇਂ ਉਸਦੇ ਸੀਨੇ ਨਾਲ ਆ ਟਕਰਾਂਦੀ, ਕੁਝ ਨਾ ਕੁਝ ਸਵੀਕਾਰ ਕਰਨਾ। ਪਰ ਇਸ ਸਵੀਕ੍ਰਿਤੀ ਦੇ ਪਿੱਛੇ ਉਹ ਜਿਹੜੀ ਲੋਕ ਨਿੰਦਾ ਲੁਕੀ ਖੜੀ ਹੈ, ਉਸਦਾ ਕੀ ਬਣੇਗਾ? ਜਿਸ ਨੂੰ ਲੋਕੀ ਰਾਜਾ ਭੋਜ, ਹਾਤਮ ਤਾਈ, ਲੁਕਮਾਨ ਤੇ ਰਾਜਾ ਬਿਕਰਮਾਜੀਤ ਦਾ ਅਵਤਾਰ ਮੰਨ ਕੇ ਪੂਜਦੇ ਨੇ, ਕੀ ਫਿਰ ਇਹ ਲੋਕ ਉਸੇ ਸ਼ਰਧਾ ਨਾਲ ਮੇਰੀ ਪੂਜਾ ਕਰਨਗੇ? ਤੇ ਡਾਕਟਰ ਆਨੰਦ ਇਸ ਪੂਜਾ ਦੇ ਅਨੂਠੇ ਸਵਾਦ ਦੇ ਮਾਣੇ ਹੋਏ ਪਲਾਂ, ਘੜੀਆਂ ਤੇ ਦਿਨਾਂ ਮਹੀਨਿਆਂ ਦਾ ਜਦ ਇਸ ਨੀਵੀਂ ਜਹੀ ਨਗੂਣੀ ਤੇ ਗਈ ਗੁਜ਼ਰੀ ਦਲੀਲ ਨਾਲ ਟਾਕਰਾ ਕਰਦਾ ਤਾਂ ਉਸਨੂੰ ਜਾਪਦਾ ਜਿਵੇਂ ਆਕਾਸ਼ ਵਿੱਚ ਚਮਕ ਰਿਹਾ ਸੂਰਜ ਲੱਖਾਂ ਮੀਲ ਫੀ ਸਕਿੰਟ ਦੀ ਤੇਜ਼ੀ ਨਾਲ ਭੋਏ ਵੱਲ ਡਿੱਗਦਾ ਆ ਰਿਹਾ ਹੈ, ਜਿਸ ਦੇ ਪਟਕਦਿਆਂ ਸਾਰ ਪਰਲੇ ਵਰਗਾ ਕੋਈ ਝਟਕਾ ਜਾਂ ਭੁਚਾਲ ਉੱਠੇਗਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਅੱਖ ਦੇ ਫੋਰ ਅੰਦਰ ਆਪਣੇ ਅੰਦਰ ਲੈ ਕਰ ਲਵੇਗਾ। ਇਹ ਖਿਆਲੀ ਕਸ਼ਮਕਸ਼, ਇਹ ਪਰਸਪਰ ਵਿਰੋਧੀ ਟੱਕਰਾਂ, ਇਹ ਮਾਨਸਿਕ ਚੜਾਈਆਂ ਉਤਰਾਈਆਂ ਦੀ ਦੌੜ ਤੇ ਇਹ ਦੈਵੀ ਦਾਨਵੀ ਉਦਗਾਰਾਂ ਦਾ ਘੋਲ ਡਾਕਟਰ ਆਨੰਦ ਦੇ ਅੰਦਰ ਦਿਨ ਜਾਂ ਹਫ਼ਤਿਆਂ ਤੀਕ ਜਾਰੀ ਰਿਹਾ, ਜਿਸ ਦਾ ਫਲ ਰੂਪ ਹੌਲੀ ਉਸਨੇ ਆਪਣੇ ਘਰੋਖੀ ਜੀਵਨ ਉੱਤੇ ਪਕੇਰੀ ਨਜ਼ਰ ਮਾਰਨੀ ਸ਼ੁਰੂ ਕੀਤੀ, ਜਿਸ ਵੱਲ ਮੁੱਦਤਾਂ ਤੋਂ ਉਸਦਾ ਕਦੀ ਧਿਆਨ ਨਹੀਂ ਸੀ ਗਿਆ। ਮਾਨੋ ਉਸਦੀ ਰੂਹ ਨੂੰ ਛੁੱਟ ਆਕਾਸ਼ ਉਡਾਰੀਆਂ ਤੋਂ ਧਰਤੀ ਵੱਲ ਤੱਕਣ ਦੀ ਕਦੀ ਫੁਰਸਤ ਹੀ ਨਹੀਂ ਸੀ ਮਿਲੀ। ਭਾਵੇਂ ਲੋਕ ਸ਼ੋਭਾ ਵਿੱਚ ਇੱਕ ਅਨੂਠਾ ਸਵਾਦ ਸੀ, ਨਸ਼ੇ ਵਰਗਾ ਸਰੂਰ, ਪਰ ਜਿਉਂ ਹੀ ਉਸਨੇ ਘਰ ਦੀ ਚਾਰ ਦੀਵਾਰੀ ਅੰਦਰ ਝਾਤ ਮਾਰਨੀ ਸ਼ੁਰੂ ਕੀਤੀ, ਡਰ ਨਾਲ ਉਸਦਾ ਦਿਲ ਕੰਬ ਉੱਠਿਆ। ਉਸਨੇ ਮਹਿਸੂਸ ਕੀਤਾ ਕਿ ਅੰਦਰੇ ਅੰਦਰ ਉਸਦੀ ਘਰੋਗੀ ਹਾਲਤ ਕਿਤਨੀ ਭੁੱਖੀ ਹੁੰਦੀ ਜਾ ਰਹੀ ਹੈ। ਕਿਉਂਕਿ ਨਾ ਤਾਂ ਉਹ ਮਰੀਜ਼ ਪਾਸੋਂ ਫੀਸ ਤੇ ਨਾ ਹੀ ਦਵਾਈ ਦਾ ਮੁੱਲ ਲੈਂਦਾ ਸੀ। ਕੇਵਲ ਇੱਕੋ ਕੀਮਤ ਸੀ ਜਿਹੜੀ ਉਸਦੀ ਰੂਹ ਨੂੰ ਰਜਵਾਂ ਸੁੱਖ, ਸ਼ਾਂਤੀ ਤੇ ਤਸੱਲੀ ਦੇਈ ਜਾਂਦੀ ਸੀ, ਪ੍ਰਸ਼ੰਸਾ। ਉਸ ਤੋਂ ਬਾਅਦ ਬਹੁਤ ਜਲਦੀ ਹੀ ਡਾਕਟਰ ਆਨੰਦ ਦੇ ਇਹਨਾਂ ਖਿਆਲੀ ਚੱਕਰਾਂ ਨੇ ਹੌਲੀ ਲੁਕਵੀਂ ਅਮਲੀ ਸ਼ਕਲ ਧਾਰਨੀ ਸ਼ੁਰੂ ਕੀਤੀ। ਉਸਦੀ ਜੇਲ੍ਹ ਰੋਡ ਵਾਲੀ ਕੋਠੀ ਵੀ ਹੁਣ ਮਰੀਜ਼ਾਂ ਨਾਲ ਭਰੀ ਰਹਿੰਦੀ। ਇਹ ਸਾਰੇ ਜਾਂ ਤਾਂ ਰਿਫਿਊਜੀ ਤੇ ਜਾਂ ਸ਼ਹਿਰ ਦੇ ਹੋਰ ਹਿੱਸਿਆਂ 'ਚੋਂ ਆਏ ਹੋਏ ਮੁਫਤਖੋਰੇ ਬਿਮਾਰ ਹੁੰਦੇ, ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਸੀ ਕਿ 20ਵੀਂ ਸਦੀ ਦੇ ਇਸ ਧਨਵੰਤਰੀ ਪਾਸੋਂ ਅਰੋਗਤਾ ਪੈਸਿਆਂ ਵਿੱਚੋਂ ਨਹੀਂ ਸਗੋਂ ਪ੍ਰਸ਼ੰਸਾ ਬਦਲੇ ਮਿਲਦੀ ਹੈ। ਫਿਰ ਜਿਉਂ-ਜਿਉਂ ਇਸ ਮਸੀਹੁਲ ਮੁਲਕ ਦੀਆਂ ਬੋਤਲਾਂ ਸ਼ੀਸ਼ੀਆਂ ਖਾਲੀ ਹੁੰਦੀਆਂ ਗਈਆਂ, ਲੋਕਾਂ ਦੀਆਂ ਅਸੀਸਾਂ ਤੇ ਅਥਰੂਆਂ ਦਾ ਅਸਰ ਵੀ ਘਟਣ ਲੱਗ ਪਿਆ।
ਕਈ ਵਾਰੀ ਇਹੋ ਜਿਹੀਆਂ ਮਾਨਸਿਕ ਪਰੇਸ਼ਾਨੀਆਂ ਤੋਂ ਬਚਣ ਲਈ ਡਾਕਟਰ ਆਨੰਦ ਸਲਾਹ ਕਰਦਾ ਕਿ ਹੁਣ ਉਸਨੂੰ ਬਿਨਾਂ ਫੀਸ ਲਿਆ ਕਿਸੇ ਵੀ ਮਰੀਜ਼ ਦੇ ਘਰ ਨਹੀਂ ਜਾਣਾ ਚਾਹੀਦਾ, ਨਾ ਹੀ ਬਿਨਾਂ ਕੀਮਤ ਤੋਂ ਕਿਸੇ ਨੂੰ ਦਵਾਈ ਦੇਣੀ ਚਾਹੀਦੀ ਹੈ। ਪਰ ਮੁੜ-ਮੁੜ ਅੜਚਨ ਉਸਦੇ ਸਾਹਮਣੇ ਆ ਮੌਜੂਦ ਹੁੰਦੀ। ਲੋਕ ਕੀ ਕਹਿਣਗੇ, ਲੋਕ ਕੀ ਖਿਆਲ ਕਰਨਗੇ ਕਿ ਮੇਰੇ ਲਈ ਸ਼ਰਧਾ ਲੋਕਾਂ ਦੇ ਦਿਲਾਂ ਵਿੱਚ ਰਹਿ ਜਾਏਗੀ। ਕੁਝ ਦਿਨਾਂ ਬਾਅਦ ਲੋਕਾਂ ਨੇ ਡਾਕਟਰ ਆਨੰਦ ਦੇ ਸੁਭਾਅ ਵਿੱਚ ਇੱਕ ਪਰਿਵਰਤਨ ਵੇਖਿਆ। ਉਹੀ ਡਾਕਟਰ ਆਨੰਦ ਜਿਸ ਦਾ ਇੱਕ-ਇੱਕ ਬੋਲ ਮਰੀਜ਼ਾਂ ਲਈ ਤਮੇਸਰ ਦਾ ਅਸਰ ਕਰਦਾ ਸੀ, ਹੁਣ ਉਹਨਾਂ ਬੋਲਾਂ ਵਿੱਚ ਕੁਝ ਖੌਰਾਪਨ, ਕੁਝ ਕੁਰਖਤਗੀ ਜਿਹੀ ਆ ਗਈ ਸੀ। ਉਹ ਜਰਾ ਗੱਲ ਤੋਂ ਖਿੱਚ ਪੈਂਦਾ, ਕਈ ਵਾਰੀ ਤਾਂ ਮਰੀਜ਼ਾਂ ਜਾਂ ਸਵਾਲੀਆਂ ਉੱਤੇ ਟੁੱਟ ਕੇ ਵੀ ਪੈ ਜਾਂਦਾ। ਪਹਿਲਾਂ ਵਾਂਗ ਹੁਣ ਹਰ ਇੱਕ ਮਰੀਜ਼ ਨਾ ਤਾਂ ਉਸਦੇ ਕਦਮ ਛੂਹ ਸਕਦਾ, ਨਾ ਹੀ ਉਸਦੇ ਹੱਥਾਂ ਨੂੰ ਬੋਸਾ ਦੇ ਸਕਦਾ ਸੀ। ਪੈਸਾ ਉਹ ਕਿਸੇ ਕੋਲੋਂ ਲੈਣ ਲੱਗ ਪਿਆ ਸੀ, ਪਰ ਇਸ ਪਰਿਵਰਤਨ ਦੇ ਹੁੰਦਿਆਂ ਵੀ ਡਾਕਟਰ ਆਨੰਦ ਦੇ ਇਕਬਾਲ ਦੀ ਗੁੱਡੀ ਅੰਬਰਾਂ ਤੇ ਚੜੀ ਹੋਈ ਸੀ। ਸਾਜੋ ਸਮਾਨ ਨਾਲ ਭਰੇ ਭਰਾਏ ਮਕਾਨ, ਮਾਲ ਨਾਲ ਤੁੰਨੀਆਂ ਹੋਈਆਂ ਦੁਕਾਨਾਂ ਤੇ ਮਸ਼ੀਨਰੀ ਨਾਲ ਤੂਸੀਆਂ ਹੋਈਆਂ ਵਰਕਸ਼ਾਪਾਂ, ਇਹ ਸਭ ਚੀਜ਼ਾਂ ਲੋਕੀ ਉਸਦੇ ਵੇਖਦਿਆਂ ਹੀ ਵੇਖਦਿਆਂ ਮੁੱਛੀ ਲੈ ਜਾ ਰਹੇ ਸਨ ਤੇ ਉਹ ਮਨ ਮਹਿਸੂਸ ਕੇ ਤੱਕੀ ਜਾਂਦਾ ਸੀ। ਉਸਨੂੰ ਹੋਰ ਵੀ ਚੜਾਉਣ ਵਾਲੀ ਗੱਲ ਇਹ ਕਿ ਲੋਕਾਂ ਨੂੰ ਜਦ ਪਤਾ ਲੱਗ ਗਿਆ ਕਿ ਡਾਕਟਰ ਆਨੰਦ ਨਾ ਰਿਸ਼ਵਤ ਲੈਂਦਾ ਹੈ, ਨਾ ਹੀ ਸਿਫਾਰਿਸ਼ ਮੰਗਦਾ ਹੈ, ਤਾਂ ਉੱਪਰਲੇ ਅਫਸਰਾਂ ਨਾਲ ਮਿਲ ਮਿਲਾ ਕੇ ਪ੍ਰਵਾਨਗੀ ਦੇ ਪਰਵਾਨੇ ਲੈ ਆਉਂਦੇ, ਜਿਸ ਕਰਕੇ ਡਾਕਟਰ ਆਨੰਦ ਨੂੰ ਮਜਬੂਰ ਹੋ ਕੇ ਅਫਸਰਾਂ ਦੀ ਆਗਿਆ ਦਾ ਪਾਲਣ ਕਰਨਾ ਪੈਂਦਾ। ਪਹਿਲਾਂ ਉਸਨੂੰ ਹਾਕਮ ਤੇ ਰਿਆਇਆ ਦੀਆਂ ਇਹੋ ਜਿਹੀਆਂ ਗੈਰ ਕਾਨੂੰਨੀ ਹਰਕਤਾਂ ਉੱਤੇ ਗੁੱਸਾ ਆਇਆ ਕਰਦਾ ਸੀ। ਫਿਰ ਗੁੱਸੇ ਦੇ ਥਾਂ ਨੂੰ ਈਰਖਾ ਨੇ ਮੰਨ ਲਿਆ ਤੇ ਅਖੀਰ ਇੱਕ ਦਿਨ ਐਸਾ ਵੀ ਆ ਗਿਆ ਜਦ ਇਹ ਈਰਖਾ ਲੋਭ ਦੇ ਰੂਪ ਵਿੱਚ ਪ੍ਰਗਟ ਹੋਈ। ਕੌਣ ਕਹਿ ਸਕਦਾ ਸੀ ਕਿ ਇਤਨੇ ਤਿਆਗ, ਐਡੀ ਤਪੱਸਿਆ ਤੇ ਇਸ ਕਦਰ ਸਵੈ ਵਿਸ਼ਵਾਸ ਦੇ ਹੇਠ ਵੀ ਕਦੇ ਲੋਭ ਦੱਬਿਆ ਰਹਿ ਜਾਂਦਾ ਹੈ, ਜਿਹੜਾ ਜਦ ਕਦੀ ਉਬਾਰ ਤੇ ਆ ਜਾਵੇ ਤਾਂ ਉਤਲੀ ਹੇਠ ਤੇ ਹੇਠਲੀ ਉੱਤੇ ਕਰ ਦਿੰਦਾ ਹੈ। ਡਾਕਟਰ ਆਨੰਦ ਦੇ ਸਿਰ ਤੋਂ ਸਮੇਂ ਦਾ ਪੰਛੀ ਲੰਘਦਾ ਗਿਆ, ਆਪਣੀਆਂ ਸ਼ੋਹਾਂ ਨਾਲ ਉਸਦੇ ਜੀਵਨ ਵਿੱਚ ਉਚਾਈਆਂ ਦੀ ਥਾਂ ਨਿਵਾਈਆਂ ਲਿਆਉਂਦਾ ਚਲਾ ਗਿਆ। ਡਾਕਟਰ ਆਨੰਦ ਵਰਗਾ ਤਿਆਗੀ ਤੇ ਨਿਸ਼ਕਾਮ ਬੰਦਾ ਹੁਣ ਪਹਿਲੀ ਵਰਗੀ ਮਾਇਕ ਤੰਗੀ ਦੀ ਹਾਲਤ ਵਿੱਚ ਨਹੀਂ ਸੀ ਰਿਹਾ। ਨਾ ਕੇਵਲ ਤੰਗੀ ਹੀ ਉਸਦੀ ਦੂਰ ਹੋ ਗਈ, ਬਲਕਿ ਉਸਦੇ ਪੈਰਾਂ ਹੇਠੋਂ ਹੀ ਕਿਤੇ ਅਚਾਨਕ ਜੇ ਮਾਇਆ ਦੀ ਕੋਈ ਚਮਕਦੀ ਦਮਕਦੀ ਸਤਾ ਉਗਮੀ, ਜਿਹੜੀ ਹੌਲੀ ਨਹੀਂ ਸਗੋਂ ਤੇਜ਼ੀ ਨਾਲ ਵੱਧਦੀ ਇੱਕ ਢਿੱਗੀ ਦੀ ਸ਼ਕਲ ਵਿੱਚ ਬਦਲੀ। ਫਿਰ ਢਿੱਗੀ ਤੋਂ ਢੇਰ ਤੇ ਫਿਰ ਢੇਰ ਤੋਂ ਅੰਬਾਰ ਬਣ ਕੇ ਉਸਦੇ ਸਿਰ ਵੱਲ ਨੂੰ ਉਸਰਨਾ ਸ਼ੁਰੂ ਹੋ ਗਿਆ। ਵੇਖਣ ਸੁਣਨ ਵਾਲਿਆਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਦਿਨਾਂ ਵਿੱਚ ਹੀ ਉਹਨਾਂ ਨੇ ਡਾਕਟਰ ਆਨੰਦ ਦਾ ਅੰਦਰ ਬਾਹਰ ਦੌਲਤ ਨਾਲ ਭਰਪੂਰ ਦੇਖਿਆ। ਉਸਦੀ ਮਾਨ ਪ੍ਰਤਿਸ਼ਠਾ, ਜਿਹੜੀ ਪਹਿਲਾਂ ਕੇਵਲ ਇੱਕ ਲੋਕ ਸੇਵਕ ਤੇ ਦੇਸ਼ ਭਗਤ ਸਮਝ ਕੇ ਕੀਤੀ ਜਾਂਦੀ ਸੀ, ਹੁਣ ਧਨ ਕੁਬੇਰ ਜਾਣ ਕੇ ਕੀਤੀ ਜਾ ਰਹੀ ਸੀ। ਕੁਝ ਸਾਲ ਪਹਿਲਾਂ ਜਿਹੜਾ ਡਾਕਟਰ ਆਨੰਦ ਨੰਗੇ ਪੈਰੀ ਧੁੱਪਾਂ ਤੇ ਪਾਲਿਆਂ ਵਿੱਚ ਸਾਰਾ ਦਿਨ ਭਟਕਦਾ ਦਿਖਾਈ ਦਿੰਦਾ ਸੀ, ਅੱਜ ਉਸਦੇ ਗੈਰੇਜ ਵਿੱਚ 16,000 ਦੀ ਹੁਣੇ ਖਰੀਦੀ ਹੋਈ ਕਾਰ ਵੇਖ ਕੇ ਲੋਕਾਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਸਨ। ਉਸਦੇ ਐਸ਼ਵਰਿਆ ਨੂੰ ਵੇਖ ਕੇ ਕੋਈ ਗਦਗਦ ਕੰਠ ਚੋਂ ਕਹਿ ਉੱਠਦਾ, ਸੱਚ ਕਹਿੰਦੇ ਨੇ, ਸੇਵਾ ਤੋਂ ਮੇਵਾ, ਟਹਿਲ ਤੋਂ ਮਹਿਲ ਪ੍ਰਾਪਤ ਹੁੰਦਾ ਹੈ। ਵੇਖਿਆ ਜੇ ਦੁਖੀਆਂ ਦਰਦੀਆਂ ਦੀਆਂ ਅਸੀਸਾਂ ਦਾ ਫਲ, ਇਸ ਨੂੰ ਕਹਿੰਦੇ ਜੇ ਦਾਤੇ ਦੀ ਮਿਹਰ। ਦੂਜਾ ਕਹਿੰਦਾ ਕਿਉਂ ਨਾ ਹੋਵੇ ਜੀ, ਡਾਕਟਰ ਆਨੰਦ ਵਰਗੀ ਘਾਲ ਕਿਸੇ ਮਰਦ ਨੇ ਘਾਲਣੀ ਏ। ਮੰਜ਼ਿਲ ਮਕਸੂਦ ਵੱਲ ਹਰ ਇਨਸਾਨ ਸੇਧ ਲਾਈ ਤੁਰਿਆ ਜਾ ਰਿਹਾ ਹੈ, ਤੇਜ਼ੀ ਨਾਲ, ਕੋਸ਼ਿਸ਼ ਤੇ ਜ਼ੋਰ ਲਾ ਕੇ। ਪਰ ਕਿੰਨੀਆਂ ਕੁ ਮੰਜ਼ਿਲਾਂ ਤੈਅ ਕਰਨ ਤੋਂ ਬਾਅਦ ਆਦਮੀ ਮੰਜ਼ਿਲ ਮਕਸੂਦ ਤੇ ਪਹੁੰਚਦਾ ਹੈ? ਇਹ ਸਵਾਲ ਐਸਾ ਹੈ ਜੋ ਹਮੇਸ਼ਾ ਸਵਾਲ ਹੀ ਬਣਿਆ ਰਿਹਾ ਤੇ ਜਦ ਤੱਕ ਜ਼ਮੀਨ ਦੇ ਤਖਤੇ ਉੱਤੇ ਇਨਸਾਨ ਨਾਉਂ ਦਾ ਇਹ ਦੋ ਟੰਗਾ ਜਾਨਵਰ ਰਹੇਗਾ, ਇਸ ਸਵਾਲ ਦਾ ਜਵਾਬ ਕਦੇ ਵੀ ਜ਼ਹੂਰ ਵਿੱਚ ਨਹੀਂ ਆਵੇਗਾ। ਕਾਰਨ ਮੰਜ਼ਿਲ ਮਕਸੂਦ ਜਾਂ ਅੰਤਿਮ ਪੜਾਅ ਦਾ ਸ਼ਬਦ ਕੇਵਲ ਕਲਪਨਾ ਦੇ ਦਾਇਰੇ ਵਿੱਚ ਹੀ ਆ ਸਕਦਾ ਹੈ, ਅਮਲ ਦੀ ਪਕੜ ਵਿੱਚ ਨਹੀਂ। ਫਿਰ ਅਜੀਬ ਗੱਲ ਇਹ ਕਿ ਅੰਤਿਮ ਮੰਜ਼ਿਲ, ਜਿਹੜੀ ਸ਼ਾਇਦ ਕਿਆਮਤ ਤੇ ਪਰਲੇ ਤੋਂ ਵੀ ਖਬਰੇ ਕਿੰਨੀਆਂ ਕੁ ਮੰਜ਼ਿਲਾਂ ਦੂਰ ਹੈ, ਉਸਨੂੰ ਹਰ ਇਨਸਾਨ ਬਿਲਕੁਲ ਨੇੜੇ, ਸ਼ਾਹਰਗ ਤੋਂ ਵੀ ਨੇੜੇ ਖਿਆਲ ਕਰਦਾ ਹੈ। ਜੇ ਇਹ ਇੰਨੀ ਨੇੜੇ ਨਾ ਦਿਸਦੀ ਹੁੰਦੀ ਤਾਂ ਸ਼ਾਇਦ ਜੀਵਨ ਮੰਜ਼ਿਲ ਦਾ ਇੱਕ ਕੋਹ ਪੈਂਡਾ ਤੁਰਨਾ ਵੀ ਜੀਵਨ ਰਾਹੀਂ ਲਈ ਔਖਾ ਹੋ ਜਾਂਦਾ। ਫਿਰ ਕੁਦਰਤ ਦੀ ਕਾਰੀਗਰੀ ਇਹ ਕਿ ਜਿਸ ਪਾਸੇ ਵੀ ਕੋਈ ਮੂੰਹ ਦੇ ਕੇ ਟੁਰ ਪੈਂਦਾ, ਉਹੀ ਰਸਤਾ ਉਸਦੀਆਂ ਰੁਚੀਆਂ ਦਾ ਕੇਂਦਰ, ਉਸ ਲਈ ਕੁਤਬ ਨੁਮਾ ਦੀ ਸੂਈ ਬਣ ਜਾਂਦਾ ਹੈ। ਗਲਤ ਜਾਂ ਠੀਕ, ਸਿੱਧਾ ਜਾਂ ਵਿੰਗਾ, ਹਰ ਰਸਤਾ ਜਿਸ ਉੱਤੇ ਕੋਈ ਪੈ ਤੁਰਿਆ, ਉਹੀ ਉਸਦੀ ਮੰਜ਼ਿਲ। ਇਹ ਸਮਝਣਾ ਸਾਡੀ ਸਮਰੱਥਾ ਤੋਂ ਬਾਹਰ ਹੈ ਕਿ ਕਿਹੜੇ ਵੇਲੇ ਰੁਚੀਆਂ ਦਾ ਕਾਂਟਾ ਬਦਲਦਾ ਤੇ ਕਦੋਂ ਸਾਡੀ ਗੱਡੀ ਇੱਕ ਤੋਂ ਬਾਅਦ ਕਿਸੇ ਦੂਸਰੀ ਪਟੜੀ ਤੇ ਜਾ ਪੈਂਦੀ ਹੈ। ਅਵਾਸ਼ੀ ਇਹੋ ਜਿਹੇ ਵੇਲੇ ਕਦੇ ਕਦਾਈ ਸਾਡੀ ਆਤਮਾ 'ਚੋਂ ਕੋਈ ਬਰੀਕ ਜਿਹੀ ਆਵਾਜ਼ ਉੱਠਦੀ ਹੈ, ਉਹ ਤੂੰ ਕਿੱਧਰ ਜਾ ਰਿਹਾ, ਤੇਰੀ ਮੰਜ਼ਿਲ ਕਿੱਧਰ ਹੈ? ਪਰ ਅੰਦਰੋਂ ਹੀ ਜਵਾਬ ਮਿਲਦਾ ਹੈ, ਮੈਂ ਠੀਕ ਜਾ ਰਿਹਾ ਹਾਂ, ਮੈਂ ਗਲਤ ਨਹੀਂ ਜਾ ਰਿਹਾ। ਗੋਇਆ ਠੀਕ ਤੇ ਗਲਤ, ਗਲਤ ਤੇ ਠੀਕ, ਇਸੇ ਠਕ ਦਾ ਸ਼ੋਰ ਕਰਦੀ ਹੋਈ ਸਾਡੀ ਜੀਵਨ ਰੇਲ ਤੁਰੀ ਜਾਂਦੀ ਹੈ ਤੇ ਤੁਰੀ ਜਾਂਦੀ ਹੈ।
ਅੱਜ ਅਸੀਂ ਆਪਣੇ ਲੋਕਪ੍ਰਿय ਤੇ ਸੱਚੇ ਦੇਸ਼ ਭਗਤ ਡਾਕਟਰ ਆਨੰਦ ਦੀ ਜਿਸ ਗੱਡੀ ਵੱਲ ਝਾਤੀ ਮਾਰ ਰਹੇ ਹਾਂ ਉਹ ਤੇਜ਼ੀ ਨਾਲ ਆਪਣੀ ਕਲਪਿਤ ਮੰਜ਼ਿਲ ਵੱਲ ਦੌੜੀ ਜਾ ਰਹੀ ਹੈ, ਇੰਨੀ ਤੇਜ਼ੀ ਨਾਲ ਕਿ ਚਲਦੀ ਹੋਈ ਵੀ ਜਿਵੇਂ ਖੜੋਤੀ ਮਾਲੂਮ ਹੁੰਦੀ ਹੈ। ਕਿੱਥੋਂ ਇਸ ਦਾ ਕਾਂਟਾ ਬਦਲਿਆ ਤੇ ਕਦੋਂ ਇਹ ਕਿਸੇ ਹੋਰ ਪਟੜੀ ਤੇ ਜਾ ਪਈ, ਕੀ ਇਸ ਸਿਆਣੇ ਡਾਕਟਰ ਆਨੰਦ ਨੇ ਕਦੀ ਨਹੀਂ ਸੋਚਿਆ ਹੋਵੇਗਾ? ਸ਼ਾਇਦ ਨਾ ਹੀ ਕਦੀ ਸੋਚਿਆ ਹੋਵੇ, ਕਿਉਂਕਿ ਇੱਕ ਵਕਤ ਆਉਂਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਅੱਡੀ ਤੋਂ ਚੋਟੀ ਤੇ ਰੁੱਝੇ ਹੁੰਦੇ ਹਾਂ, ਪਰ ਅਚੰਭੇ ਦੀ ਗੱਲ ਇਹ ਕਿ ਸਾਨੂੰ ਉੱਕਾ ਪਤਾ ਨਹੀਂ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਸਗੋਂ ਜੇ ਕੋਈ ਦੂਸਰਾ ਆਦਮੀ ਸਾਡਾ ਧਿਆਨ ਇਸ ਧੋਖੇ ਵੱਲ ਦਬਾਵੇ ਵੀ ਤਾਂ ਅਸੀਂ ਸ਼ਿੱਥੇ ਹੋ ਕੇ ਉਸ ਦੇ ਗਲ ਪੈ ਜਾਂਦੇ ਹਾਂ। ਵਾਸਤਵ ਵਿੱਚ ਸਾਡਾ ਸ਼ਿੱਥਿਆ ਪੈਣਾ ਹੀ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਸਾਡੇ ਨੁਕਤਾਚੀਨ ਦਾ ਅਨੁਮਾਨ ਸੱਚਾ ਹੈ। ਅੱਜ ਦੇ ਡਾਕਟਰ ਆਨੰਦ ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਦੇ ਡਾਕਟਰ ਆਨੰਦ ਵਿੱਚ ਕਿੰਨਾ ਫਰਕ ਹੈ? ਸ਼ਾਇਦ ਕੋਈ ਕਹਿ ਦੇਵੇ ਜ਼ਮੀਨ ਅਸਮਾਨ ਦਾ, ਜਾਂ 1 ਅਤੇ 100 ਦਾ, ਅਥਵਾ ਦਿਨ ਤੇ ਰਾਤ ਦਾ। ਪਰ ਜੇ ਕੋਈ ਡਾਕਟਰ ਆਨੰਦ ਪਾਸੋਂ ਇਸ ਦਾ ਜਵਾਬ ਪੁੱਛੇ ਤਾਂ ਉਹ ਪੂਰੇ ਯਕੀਨ ਨਾਲ ਕਹੇਗਾ, ਕੌਣ ਕਹਿੰਦਾ ਹੈ? ਕਿਹੜਾ ਸਿਰ ਫਿਰਿਆ ਖਿਆਲ ਕਰਦਾ ਹੈ? ਸ਼ਾਇਦ ਉਹ ਇੱਕ ਅੱਧ ਗਾਲ ਵੀ ਕੱਢ ਦੇਵੇ। ਇਹੋ ਜਿਹੇ ਪੜਚੋਲੀਏ ਨੂੰ ਜਿਹੜਾ ਉਸਦੀ ਜੀਵਨ ਮੰਜ਼ਿਲ ਬਾਰੇ ਕਿਸੇ ਕਿਸਮ ਦਾ ਸ਼ੱਕ ਕਰੇ। ਪਰ ਕੀ ਵਾਸਤਵ ਵਿੱਚ ਇਹ ਦਰੁਸਤ ਹੋਵੇਗਾ? ਡਾਕਟਰ ਆਨੰਦ ਦੀ ਜੀਵਨੀ ਨੂੰ ਅਸੀਂ ਜਿੱਥੋਂ ਵੇਖਣਾ ਆਰੰਭ ਕਰ ਰਹੇ ਹਾਂ, ਸਾਨੂੰ ਤਾਂ ਉਸ ਜਾਮੀਏ ਤੋਂ ਅਨੁਮਾਨ ਲਾਣਾ ਚਾਹੀਦਾ ਹੈ। ਜੀਵਨ ਮੰਜ਼ਿਲ ਦੇ ਜਿਸ ਹਿੱਸੇ ਚੋਂ ਇਸ ਵੇਲੇ ਡਾਕਟਰ ਆਨੰਦ ਦੀ ਗੱਡੀ ਲੰਘ ਰਹੀ ਹੈ, ਅਸੀਂ ਉਸੇ ਦੀ ਤਸਵੀਰ ਆਪਣੀਆਂ ਅੱਖਾਂ ਅੱਗੇ ਲਿਆ ਸਕਦੇ ਹਾਂ। ਪਿਛਲੀਆਂ ਬੀਤੀਆਂ ਨਾਲ ਸਾਨੂੰ ਕੀ ਵਾਸਤਾ? ਅੱਜ ਡਾਕਟਰ ਆਨੰਦ ਨਾ ਤਾਂ ਨੰਗੇ ਪੈਰੀ ਫਿਰਦਾ ਹੈ, ਨਾ ਭੁੰਜੇ ਸੌਂਦਾ ਹੈ ਤੇ ਨਾ ਹੀ 8 ਪੈਰੀ ਰੋਟੀ ਖਾਂਦਾ ਹੈ। ਆਪਣੇ ਕੀਤੇ ਹੋਏ ਪ੍ਰਣ ਦੀ ਪੂਰਤੀ ਲਈ ਉਸਨੇ ਜਿੰਨੀਆਂ ਵੀ ਘਾਲਾਂ ਘੱਲੀਆਂ ਤੇ ਜ਼ਫਰ ਜਾਲੇ ਨੇ, ਸ਼ਾਇਦ ਉਹਨਾਂ ਦੀ ਕੀਮਤ ਵਸੂਲਣ ਦਾ ਸਭ ਤੋਂ ਚੰਗਾ ਅਵਸਰ ਉਸ ਲਈ ਇਹੋ ਹੈ। ਫਿਰ ਵੀ ਉਸਦੇ ਖਿਆਲਾਂ ਵਿੱਚ ਇੱਕ ਅਜੀਬ ਤਰ੍ਹਾਂ ਦਾ ਮਿਲਗੋਬਾ ਜਿਹਾ ਪੈਦਾ ਹੋ ਗਿਆ ਹੈ। ਬਹੁਤੀ ਵਾਰੀ ਉਹ ਆਪ ਹੀ ਆਪਣੇ ਉੱਤੇ ਕਈ ਤਰ੍ਹਾਂ ਦੇ ਸ਼ੰਕੇ ਕਰਦਾ ਤੇ ਫਿਰ ਆਪ ਹੀ ਆਪਣੇ ਸ਼ੰਕਿਆਂ ਦੇ ਜਵਾਬ ਲੱਭਣ ਲਈ ਮਗਜ਼ ਪੱਚੀ ਕਰਦਾ ਰਹਿੰਦਾ ਹੈ। ਉਹ ਆਪਣੀ ਕਿਸ਼ਤੀ ਨੂੰ ਕਦੀ-ਕਦੀ ਇੱਕ ਐਸੇ ਮਝਧਾਰ ਵੱਲ ਜਾ ਰਹੀ ਮਹਿਸੂਸ ਕਰਦਾ ਹੈ ਜਿਸ ਚੋਂ ਨਿਕਲ ਕੇ ਪਾਰਲੇ ਕੰਢੇ ਲੱਗਣਾ ਉਸ ਲਈ ਸਖਤ ਮੁਸ਼ਕਿਲ ਜਾਪਦਾ ਹੈ। ਪਰ ਪਿਛਾਂਹ ਪਰਤ ਕੇ ਮੁੜ ਉਸੇ ਕੰਢੇ ਪੁੱਜਣਾ ਜਿੱਥੋਂ ਤੁਰਿਆ ਸੀ, ਇਹ ਅੱਧੂ ਵੀ ਮੁਸ਼ਕਿਲ। ਇਹੋ ਜਿਹੀ ਮਾਨਸਿਕ ਉਲਝਣ ਵਿੱਚ ਕਈ ਵਾਰੀ ਉਸਨੂੰ ਕੁਝ ਬੇਆਰਾਮੀ ਤੇ ਅਕਲਕਾਨ ਜਿਹੀ ਮਹਿਸੂਸ ਹੋਣ ਲੱਗ ਪੈਂਦੀ। ਉਸਨੂੰ ਅਕਸਰ ਇਸ ਗੱਲ ਦਾ ਸ਼ੰਕਾ ਔਖਿਆ ਕਰਦੀ ਕਿ ਮਤੇ ਉਹ ਆਪਣੀ ਮੰਜ਼ਿਲ ਤੋਂ ਭਟਕ ਗਿਆ ਹੋਵੇ। ਪਰ ਕੀ ਉਹ ਸੱਚਮੁੱਚ ਇਸ ਗੱਲ ਦਾ ਖਾਹਿਸ਼ਮੰਦ ਹੈ ਕਿ ਮੁੜ ਉਸੇ ਖੁੰਝੇ ਹੋਏ ਦੁਰਾਹੇ ਦੀਆਂ ਪੈੜਾਂ ਲੱਭ ਲਵੇ? ਇਸ ਦਾ ਜਵਾਬ ਸ਼ਾਇਦ ਉਸ ਪਾਸ ਕੋਈ ਨਹੀਂ ਸੀ। ਉੱਚੇ ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਨੂੰ ਸੁਨਹਿਰੀ ਪਿੰਜਰਾ ਭਾਵੇਂ ਕਦੀ-ਕਦੀ ਬੇਆਰਾਮ ਕਰਦਾ ਹੋਵੇ, ਪਰ ਜਿਹੜਾ ਇੱਕ ਵਾਰੀ ਉਸ ਦਾ ਆਦੀ ਹੋ ਚੁੱਕਾ ਹੋਵੇ, ਕਿ ਉਹ ਪਿੰਜਰੇ ਨੂੰ ਛੱਡਣ ਲਈ ਤਿਆਰ ਹੋ ਸਕਦਾ ਹੈ? ਕਦੀ ਜਿਹੜਾ ਡਾਕਟਰ ਆਨੰਦ ਸਾਰਾ ਦਿਨ ਪੈਦਲ ਫਿਰ ਕੇ ਲੋਕ ਸੇਵਾ ਦਾ ਸਵਾਦ ਮਾਣਦਾ ਸੀ, ਉਹੀ ਅੱਜ ਕਾਰ ਤੋਂ ਬਿਨਾਂ 10 ਕਦਮ ਤੁਰਨਾ ਵੀ ਮੁਸੀਬਤ ਸਮਝਦਾ ਹੈ। 8 ਪੈਰੀ ਰੋਟੀ ਖਾਣ ਵਾਲੇ ਨੂੰ ਦਿਨ ਵਿੱਚ ਕਈ ਵਾਰੀ ਸ਼ਾਨਦਾਰ ਖਾਣੇ ਨਸੀਬ ਹੁੰਦੇ ਨੇ। ਫਰਸ਼ੀ ਸੋਧ ਦੇ ਥਾਂ ਅੱਜ ਉਸ ਲਈ ਗੁਦਗੁਦੇ ਬਿਸਤਰੇ ਮੌਜੂਦ ਨੇ। ਫਿਰ ਕੀ ਵਜ੍ਹਾ ਕਿ ਕਦੀ-ਕਦੀ ਉਸਦੀ ਰੂਹ ਬੋਝਲ ਹੋ ਜਾਂਦੀ ਹੈ, ਪਰ ਇੱਕ ਗੱਲ ਦੀ ਉਸਨੂੰ ਤਸੱਲੀ ਹੈ ਕਿ ਉਸਦੀ ਰੂਹ ਦਾ ਇਹ ਬੋਝ ਹੌਲੀ-ਹੌਲੀ ਘਟਦਾ ਜਾ ਰਿਹਾ ਹੈ ਤੇ ਉਹ ਖਿਆਲ ਕਰਦਾ ਹੈ ਕਿ ਬਹੁਤ ਛੇਤੀ ਉਹ ਇਸ ਤੋਂ ਖਲਾਸੀ ਪਾ ਲਵੇਗਾ। ਦਵਾਖਾਨੇ ਅੱਗੇ ਹੁਣ ਵੀ ਉਹ ਸਾਈਨ ਬੋਰਡ ਮੌਜੂਦ ਹੈ। ਗਰੀਬਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ, ਪਰ ਅੱਗੇ ਵਾਂਗ ਹੁਣ ਉਹ ਕਿਸੇ ਨੂੰ ਜਿਹੜਾ ਕਹੇ ਕਿ ਮੈਂ ਗਰੀਬ ਹਾਂ, ਖੁੱਲੇ ਦਿਲ ਦਵਾਈਆਂ ਨਹੀਂ ਦੇਈ ਜਾਂਦਾ, ਸਗੋਂ ਆਪਣੇ ਕੰਪਾਊਂਡਰ ਰਾਹੀਂ ਖੂਬ ਜਾਂਚ ਪੜਤਾਲ ਕਰਵਾਉਂਦਾ ਹੈ, ਜਿਸ ਦਾ ਫਲਰੂਪ ਮਸੇ 5-4% ਹੀ ਗਰੀਬ ਸਾਬਿਤ ਹੁੰਦੇ ਹਨ। ਮਾਨੋ ਇੱਕ ਅੱਧ ਸਾਲ ਵਿੱਚ 95% ਹਿੰਦੁਸਤਾਨੀ ਗਰੀਬ ਤੋਂ ਅਮੀਰ ਬਣ ਗਏ ਹੋਣ। ਡਾਕਟਰ ਆਨੰਦ ਸਧਾਰਨ ਆਦਮੀਆਂ ਵਿੱਚ ਤਾਂ ਪਹਿਲਾਂ ਵੀ ਨਹੀਂ ਸੀ ਗਿਣਿਆ ਜਾਂਦਾ, ਪਰ ਹੁਣ ਤੱਕ ਕੁਬੇਰ ਉਸ ਉੱਤੇ ਤੁੱਠਿਆ ਹੋਇਆ ਹੈ, ਜਿਸ ਕਰਕੇ ਉਸਦੀ ਪ੍ਰਿਯਤਾ ਨੂੰ ਹੋਰ ਵੀ 4 ਚੰਨ ਲੱਗ ਗਏ ਹਨ। ਜਿਉਂ-ਜਿਉਂ ਉਸਦਾ ਰੁਤਬਾ ਤੇ ਇਕਬਾਲ ਬੁਲੰਦ ਹੋਈ ਜਾ ਰਿਹਾ ਹੈ, ਉਸਦੀ ਭੁੱਖ ਸਗੋਂ ਹੋਰ ਵਧੇਰੇ ਉਸਦੇ ਅੰਦਰ ਚਮਕਦੀ ਆ ਰਹੀ ਸੀ। ਇਹੋ ਵਜ੍ਹਾ ਹੈ ਕਿ ਕਸਟੋਡੀਅਨਸ਼ਿਪ ਤੇ ਹੋਰ ਇਹੋ ਜਿਹੇ ਮਾੜੀ ਮੁੱਟੀ ਕਿਸਮ ਦੇ ਅਹੁਦੇ ਹੁਣ ਉਸਦੀ ਭੁੱਖ ਦੂਰ ਨਹੀਂ ਸਨ ਕਰ ਸਕਦੇ। ਉਸਦੀਆਂ ਨਜ਼ਰਾਂ ਦਾ ਕੇਂਦਰ ਉੱਚਾ ਚਲਾ ਗਿਆ ਸੀ, ਲੈਜਿਸਲੇਟਿਵ ਦੀ ਮੈਂਬਰੀ ਤੱਕ, ਬਲਕਿ ਉਸ ਤੋਂ ਵੀ ਅਗਾਂਹ ਵਜ਼ਾਰਤ ਤੱਕ। ਉਸਦੀਆਂ ਨਜ਼ਰਾਂ ਵਿੱਚ MLA ਤੋਂ ਹੇਠਾਂ ਰਹਿ ਕੇ ਦੇਸ਼ ਸੇਵਾ ਦਾ ਦਮ ਭਰਨਾ ਬਿਲਕੁਲ ਫਜ਼ੂਲ ਤੇ ਬੇਅਰਥ ਸੀ, ਕਿਉਂਕਿ ਛੋਟੇ-ਮੋਟੇ ਅਹੁਦੇਦਾਰ ਤਾਂ ਕੇਵਲ ਹਕੂਮਤ ਦੀ ਮਸ਼ੀਨਰੀ ਦਾ ਇੱਕ ਨਗੂਣਾ ਜਿਹਾ ਪੁਰਜਾ ਮਾਤਰ ਹੁੰਦੇ ਨੇ, ਜਿਹੜਾ ਨਾ ਆਪਣੀ ਮਰਜ਼ੀ ਨਾਲ ਚੱਲ ਸਕਦਾ, ਨਾ ਹੀ ਰੁਕ ਸਕਦਾ ਹੈ। ਇਸ ਖਬਰ ਨੂੰ ਪੜ੍ਹਦਿਆਂ ਹੀ ਡਾਕਟਰ ਦੀਆਂ ਅੱਖਾਂ ਅੱਗੇ ਅਸੈਂਬਲੀ ਦੀ ਉਹ ਕਲਪਿਤ ਕੁਰਸੀ ਹੋਰ ਸਪਸ਼ਟ ਹੋ ਕੇ ਚਮਕਦੀ ਦਿਖਾਈ ਦੇਣ ਲੱਗੀ ਕਿ ਪੰਜਾਬ ਅਸੈਂਬਲੀ ਦੀ ਇੱਕ ਸੀਟ ਤੇ ਜਿਮਨੀ ਚੋਣ ਹੋਵੇਗੀ, ਜਿਸ ਦਾ ਮੈਂਬਰ ਪਿਛਲੇ ਦਿਨੀ ਸਵਰਗਵਾਸ ਕਰ ਗਿਆ ਸੀ। ਹਾਲਤ ਲਗਭਗ ਉਸ ਲਈ ਅਨੁਕੂਲ ਸਨ। ਕਾਂਗਰਸ ਦੇ ਹਲਕੇ ਵਿੱਚ ਉਹ ਸਭ ਤੋਂ ਵੱਧ ਸਤਿਕਾਰਿਆ ਜਾਂਦਾ ਸੀ। ਇਸ ਤੋਂ ਛੁੱਟ ਪਿਛਲੇ 1.5-2 ਸਾਲਾਂ ਦੀ ਅਤੁੱਟ ਤੇ ਨਿਰਥਕ ਘਾਲਣਾ ਨੇ ਉਸਦੀ ਸ਼ੋਹਰਤ ਨੂੰ
ਹੋਰ ਵੀ ਬੁਲੰਦ ਕਰ ਦਿੱਤਾ ਸੀ, ਜਿਸ ਕਰਕੇ ਉਸ ਦਾ ਦਿਲ ਕਹਿੰਦਾ ਸੀ ਕਿ ਮੁਕਾਬਲੇ ਵਿੱਚ ਖੜੇ ਹੋਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਉਹ ਇਸ ਮੈਦਾਨ ਵਿੱਚ ਜਿੱਤਣ ਨਹੀਂ ਦੇਵੇਗਾ। ਫਿਰ ਵੀ ਉਹ ਚਾਹੁੰਦਾ ਸੀ ਕਿ ਇੱਕ ਵਾਰੀ ਆਪਣੀ ਤਾਕਤ ਨੂੰ ਤੋਲ ਮਾਪ ਕੇ ਵੇਖ ਲਵੇ। ਬੀਤੇ ਸ਼ਾਮੀ ਉਸਨੇ ਇਸੇ ਕੰਮ ਲਈ ਆਪਣੇ ਕੁਝ ਦੋਸਤਾਂ ਨੂੰ ਚਾਹ ਤੇ ਸੱਦਿਆ ਸੀ ਤੇ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਦੋਸਤਾਂ ਨੇ ਛਾਤੀ ਉੱਤੇ ਹੱਥ ਮਾਰ ਕੇ ਉਸਨੂੰ 100% ਦੀ ਮਦਦ ਤੇ ਸਫਲਤਾ ਦਾ ਯਕੀਨ ਦਿਵਾ ਦਿੱਤਾ। ਰਾਤ ਦਾ ਬਹੁਤ ਸਾਰਾ ਹਿੱਸਾ ਬੀਤ ਚੁੱਕਾ ਸੀ। ਕੋਠੀ ਦੇ ਸਦਰ ਦਰਵਾਜ਼ੇ ਦੇ ਲਾਗੇ ਕਰਕੇ ਆਪਣੇ ਕਮਰੇ ਤੋਂ ਬਾਹਰ ਰੇਸ਼ਮੀ ਮੱਛਰਦਾਨੀ ਅੰਦਰ ਉਹ ਆਪਣੇ ਮੁਲਾਇਮ ਬਿਸਤਰੇ ਵਿੱਚ ਲੇਟਿਆ ਸੋਚ ਰਿਹਾ ਸੀ, ਅੱਜ ਇੰਨੀ ਰਾਤ ਇੱਕ ਨੀਂਦਰ ਕਿਉਂ ਨਹੀਂ ਆਈ? ਤੇ ਇਸ ਦੇ ਜਵਾਬ ਵਿੱਚ ਕਿੰਨਾ ਹੀ ਕੁਝ ਵਾਰੋ-ਵਾਰੀ ਉਸ ਦੀਆਂ ਅੱਖਾਂ ਅੱਗੋਂ ਲੰਘਣਾ ਸ਼ੁਰੂ ਹੋ ਗਿਆ। ਸਭ ਤੋਂ ਬਹੁਤਾ ਤਾਂ ਅੱਜ ਦੀ ਸ਼ਾਮ ਦੀ ਚਾਹ ਪਾਰਟੀ ਵਾਲੀਆਂ ਗੱਲਾਂ ਦਾ ਸਿਲਸਿਲਾ ਸੀ, ਜਿਸ ਵਿਚਾਲੇ ਉਸਦੇ ਦੋਸਤ ਸੇਠ ਪੰਨਾ ਲਾਲ ਦੀਆਂ ਕਹੀਆਂ ਹੋਈਆਂ ਕੁਝ ਖਾਸ ਗੱਲਾਂ ਮੁੜ-ਮੁੜ ਉਸਦੀਆਂ ਪੁੜਪੁੜੀਆਂ ਵਿੱਚ ਚੁਟਕੀਆਂ ਭਰਦੀਆਂ ਸਨ। ਉਸ ਦਾ ਕਹਿਣਾ ਹੈ ਵੀ ਤਾਂ ਵਜ਼ਨਦਾਰ ਸੀ, ਜਿਹੜਾ ਕਿ ਉਸਨੇ ਚਾਹ ਪੀਂਦਿਆਂ ਬਿਆਨ ਕੀਤਾ ਸੀ। ਦੇਖੋ ਡਾਕਟਰ ਸਾਹਿਬ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਪੱਕੇ ਕਾਂਗਰਸੀ ਹੋ ਤੇ ਇਸ ਚੋਣਾਂ ਵਿੱਚ ਯਕੀਨਨ ਸਾਂਝੀਆਂ ਵੋਟਾਂ ਦਾ ਹੀ ਅਸੂਲ ਲਾਗੂ ਹੋਵੇਗਾ। ਫਿਰ ਵੀ ਤੁਹਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਕੋਈ ਭਾਵੇਂ ਕਿੰਨਾ ਹੀ ਪੱਕਾ ਦੇਸ਼ ਭਗਤ ਹੋਵੇ, ਹਜੇ ਤੱਕ ਫਿਰਕਾ ਪ੍ਰਸਤੀ ਹਰ ਇੱਕ ਦੇ ਅੰਦਰ ਮੌਜੂਦ ਹੈ। ਸੋ ਤੁਸੀਂ ਕਿਉਂਕਿ ਸਿੱਖ ਹੋ, ਇਸ ਲਈ ਮੁਮਕਿਨ ਹੈ ਕਿ ਹਿੰਦੂ ਵੋਟਰਾਂ ਵੱਲੋਂ ਤੁਹਾਨੂੰ ਪੂਰੀ ਮਿਲਵਰਤਨ ਨਾ ਪ੍ਰਾਪਤ ਹੋ ਸਕੇ। ਬਾਕੀ ਰਹੇ ਸਿੱਖ, ਉਹਨਾਂ ਵਿੱਚ ਉਂਝ ਹੀ ਫਿਰਕਾ ਪ੍ਰਸਤੀ ਦਾ ਜ਼ੋਰ ਹੈ, ਇਸ ਲਈ ਉਹਨਾਂ ਦਾ ਵੀ ਇੱਕ ਕਾਂਗਰਸੀ ਸਿੱਖ ਦੀ ਮਦਦ ਤੇ ਖੜੇ ਹੋਣਾ ਇੰਨਾ ਸੁਖਾਲਾ ਨਹੀਂ। ਤੁਸੀਂ ਇਸ ਤਰ੍ਹਾਂ ਕਰਨਾ ਕਿ ਦੋਹਾਂ ਧਿਰਾਂ ਦੇ ਲੀਡਰਾਂ ਤੇ ਅਖਬਾਰ ਨਫੀਸਾਂ ਨੂੰ ਜਿੱਥੋਂ ਤੱਕ ਮੁਮਕਿਨ ਹੋ ਸਕੇ ਅਗੇਤਰਾ ਹੀ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਕਰਨੀ। ਬਸ ਕਾਮਯਾਬੀ ਤੁਹਾਡੀ ਵੱਟ ਤੇ ਪਈ ਹੈ। ਇਸ ਦੇ ਨਾਲ ਹੀ ਡਾਕਟਰ ਆਨੰਦ ਦੇ ਇੱਕ ਹੋਰ ਦੋਸਤ ਚੌਧਰੀ ਖਜ਼ਾਨ ਸਿੰਘ ਨੇ ਇੱਕ ਗੱਲ ਬੜੀ ਮਾਰਕੇ ਦੀ ਕਹੀ ਸੀ, ਅੱਜ ਦੇ ਸਮੇਂ ਵਿੱਚ ਜੇ ਕੁਝ ਵੀ ਹੈ ਤਾਂ ਪੈਸਾ ਹੈ। ਕੋਈ ਕਰੜੇ ਤੋਂ ਕਰੜਾ ਅਸੂਲ ਪ੍ਰਸਤ ਜੇ ਹੋਰ ਕਿਸੇ ਵੀ ਤਰ੍ਹਾਂ ਕਾਬੂ ਨਾ ਆ ਸਕੇ ਤਾਂ ਚਾਂਦੀ ਦੀ ਜੁੱਤੀ ਨਾਲ ਸਿੱਧਾ ਹੋ ਜਾਇਆ ਕਰਦਾ ਹੈ। ਗੋਇਆ ਇਸ ਸਾਰੇ ਕੰਮ ਲਈ ਜੇ ਕਿਸੇ ਚੀਜ਼ ਦੀ ਲੋੜ ਸੀ ਤਾਂ ਨਗਦ ਨਾਰਾਇਣ ਦੀ, ਤੇ ਇਸ ਚੀਜ਼ ਦੀ ਡਾਕਟਰ ਆਨੰਦ ਪਾਸ ਕੋਈ ਘਾਟ ਨਹੀਂ ਸੀ। ਬੈਂਕਾਂ ਦੀਆਂ ਪਾਸਬੁੱਕਾਂ ਉਸ ਨੂੰ ਯਕੀਨ ਦਿਵਾ ਰਹੀਆਂ ਸਨ ਕਿ ਜੇ ਚੋਣ ਦੀ ਜਿੱਤ ਪੈਸਿਆਂ ਦੀ ਹੀ ਮੁਹਤਾਜ ਹੈ ਤਾਂ ਸੂਬਕ ਛੱਡ ਕੇ ਸੈਂਟਰ ਦੀ ਚੋਣ ਜਿੱਤਣਾ ਵੀ ਉਸ ਲਈ ਕੋਈ ਮੁਸ਼ਕਿਲ ਨਹੀਂ। MLA ਬਣ ਜਾਣਾ ਜਾਂ ਦੂਜੇ ਸ਼ਬਦਾਂ ਵਿੱਚ ਸੂਬੇ ਦੇ ਖੁਦਾਵਾਂ ਦੀ ਮੁੱਛ ਦਾ ਵਾਲ ਬਣਨ ਦੀ ਉਮੀਦ, ਇਹ ਕੋਈ ਛੋਟੀ ਗੱਲ ਨਹੀਂ ਸੀ ਜਿਹੜੀ ਇਸ ਵੇਲੇ ਨੀਂਦਰ ਨੂੰ ਉਸਦੇ ਲਾਗੇ ਨਹੀਂ ਸੀ ਫਟਕਣ ਦਿੰਦੀ। ਪਰ ਇਸ ਦੇ ਨਾਲ ਇੱਕ ਚੀਜ਼ ਹੋਰ ਵੀ ਸੀ ਜਿਹੜੀ ਉਸਦੀ ਨੀਂਦਰ ਲਈ ਖਾਸ ਤੌਰ ਤੇ ਰੁਕਾਵਟ ਬਣੀ ਹੋਈ ਸੀ, ਤੇ ਇਹ ਸੀ ਇੱਕ ਨਵੀਂ ਨਵੇਲੀ ਤਸਵੀਰ ਦਾ ਅਸਰ ਜਿਹੜੀ ਕਿਸੇ ਵੇਲੇ ਉਸਦੀਆਂ ਅੱਖਾਂ ਸਾਹਮਣੇ ਆ ਕੇ ਉਸਦੇ ਮਨ ਸਰੋਵਰ ਦੀ ਸਤ੍ਹਾ ਉੱਤੇ ਇੱਕ ਅੱਧ ਲਹਿਰ ਜਿਹੀ ਪੈਦਾ ਕਰ ਜਾਂਦੀ ਸੀ। ਉਦੋਂ ਜਿਸ ਵੇਲੇ ਉਹ ਰਿਫਿਊਜੀ ਕੈਂਪ ਵਿੱਚ ਬਿਮਾਰਾਂ ਨੂੰ ਵੇਖ ਰਿਹਾ ਸੀ, ਇੱਕ ਲੰਮੇ ਝੰਮੇ ਕੱਦ ਦੀ ਕੁੜੀ ਉਸਦੀ ਨਜ਼ਰੀ ਪਈ। 20 ਕੁ ਵਰ੍ਹਿਆਂ ਦੀ ਉਮਰ ਸੀ। ਉਸ ਭਾਵੇਂ ਨਰਸਾਂ ਵਾਲਾ ਪਹਿਰਾਵਾ ਨਹੀਂ ਸੀ ਪਹਿਨਿਆ ਹੋਇਆ, ਪਰ ਜਿਸ ਲਗਨ ਨਾਲ ਉਹ ਬਿਮਾਰਾਂ ਦੀ ਸੇਵਾ ਕਰ ਰਹੀ ਸੀ, ਇਹ ਉਸਨੂੰ ਇੱਕ ਬੜੀ ਹੀ ਅਚੰਭਾ ਵਾਲੀ ਗੱਲ ਜਾਪੀ। ਉਸਨੂੰ ਪਤਾ ਸੀ ਕਿ ਇਹਨਾਂ ਵਿਚਾਰੇ ਨਿੱਗਰੇ ਲੋਕਾਂ ਲਈ ਜਿਹੜਾ ਵੀ ਸੇਵਾਦਾਰ ਬਣ ਕੇ ਆਉਂਦਾ ਹੈ, ਉਹ ਸੇਵਾਦਾਰੀ ਤੋਂ ਛੁੱਟ ਲੰਬਰਦਾਰੀ ਦਾ ਪਟਾ ਵੀ ਨਾਲ ਹੀ ਲਈ ਆਇਆ ਕਰਦਾ ਹੈ। ਹਰ ਕੋਈ ਇਹਨਾਂ ਵਿਚਾਰਿਆਂ ਨੂੰ ਲਵਾਰਸ ਜਾਣ ਕੇ ਰੋਬ ਕੱਸਣਾ ਸਭ ਤੋਂ ਵੱਡੀ ਸੇਵਾ ਖਿਆਲ ਕਰਦਾ ਹੈ। ਖਾਸ ਕਰਕੇ ਨਰਸਾਂ ਵਿੱਚ ਤਾਂ ਇਹ ਹਉਮੈ ਰੋਗ ਦੂਸਰਿਆਂ ਨਾਲੋਂ ਕੁਝ ਜ਼ਿਆਦਾ ਹੀ ਉਸਦੇ ਵੇਖਣ ਵਿੱਚ ਆਉਂਦਾ ਸੀ। ਪਰ ਉਹ ਕੁੜੀ ਜਿਸ ਨੂੰ ਬੋਲਚਾਲ ਤੇ ਰੋਬਦਾਰ ਦੇ ਲਿਹਾਜ਼ ਨਾਲ ਭਾਵੇਂ ਨਰਸ ਨਹੀਂ ਸੀ ਕਿਹਾ ਜਾ ਸਕਦਾ, ਪਰ ਕਿਸੇ ਅਨੋਖੇ ਹੀ ਅਪਣਤ ਭਰੇ ਰੰਗ ਵਿੱਚ ਆਪਣਾ ਕੰਮ ਕਰ ਰਹੀ ਸੀ। ਉਸਦੀ ਨਿਰਮਾਨਤਾ ਦਾ ਇਹ ਹਾਲ ਸੀ ਕਿ ਬਿਮਾਰਾਂ ਦੀ ਟੱਟੀ ਤੱਕ ਚੁੱਕਣੋਂ ਪਰਹੇਜ਼ ਨਹੀਂ ਕਰਦੀ। ਆਮ ਡਾਕਟਰਾਂ ਜਾਂ ਨਰਸਾਂ ਵਾਂਗੂ ਬਿਮਾਰਾਂ ਦੀ ਛੂਹ ਤੋਂ ਡਰਦੀ ਨਹੀਂ ਸੀ, ਸਗੋਂ ਇਸ ਤਰ੍ਹਾਂ ਉਹਨਾਂ ਦੇ ਨਾਲ ਬੈਠ ਕੇ ਦੁੱਖ ਸੁੱਖ ਦੀਆਂ ਗੱਲਾਂ ਪੁੱਛਦੀ ਜਿਵੇਂ ਕੋਈ ਸਕਾ ਸੰਬੰਧੀ ਹੁੰਦਾ ਹੈ। ਉਸ ਕੁੜੀ ਨੂੰ ਡਾਕਟਰ ਆਨੰਦ ਨੇ ਜਦ ਪਹਿਲੀ ਵਾਰੀ ਦੇਖਿਆ ਤਾਂ ਉਸਦੇ ਦਿਲ ਤੇ ਨਿੱਘਾ ਜਿਹਾ ਪ੍ਰਭਾਵ ਪਿਆ, ਤੇ ਪਹਿਲਾ ਖਿਆਲ ਜਿਹੜਾ ਉਸਦੇ ਅੰਦਰ ਪੈਦਾ ਹੋਇਆ ਉਹ ਸੀ, ਇਤਨੀ ਸੋਹਣੀ ਮਾਨੋ ਹੱਥ ਲਾਇਆ ਮੈਲੀ ਹੁੰਦੀ ਹੈ, ਫਿਰ ਵੀ ਇੰਨੀ ਮੈਲ ਗੰਦਗੀ ਵਿੱਚ ਹੱਥ ਪਾਣੋਂ ਨਹੀਂ ਸੰਗਦੀ। ਖਾਸ ਕਰਕੇ ਉਸ ਵੇਲੇ ਤਾਂ ਡਾਕਟਰ ਆਨੰਦ ਦੀਆਂ ਅੱਖਾਂ ਅੱਗੋਂ ਜਿਵੇਂ ਕੋਈ ਕ੍ਰਿਸ਼ਮਾ ਹੀ ਲੰਘ ਗਿਆ ਜਦੋਂ ਉਹ ਇੱਕ ਵਰਮ ਵਾਲੇ ਬਿਮਾਰ ਦੀ ਪੱਟੀ ਕਰ ਰਿਹਾ ਸੀ। ਉਹ ਕੁੜੀ ਜਿਵੇਂ ਇਸ ਦੀ ਉਡੀਕ ਵਿੱਚ ਸੀ, ਜਿਉਂ ਹੀ ਡਾਕਟਰ ਨੇ ਪੱਟੀ ਖੋਲਣੀ ਸ਼ੁਰੂ ਕੀਤੀ ਕਿ ਉਹ ਝੱਟ ਉਸਦੇ ਲਾਗੇ ਆ ਖਲੋਤੀ। ਡਾਕਟਰ ਨੂੰ ਕੁੜੀ ਦੀ ਹਰ ਇੱਕ ਅਦਾ ਬੜੀ ਪਿਆਰੀ ਲੱਗਦੀ ਸੀ। ਉਸਨੇ ਜਦ ਇਸ ਮਰੀਜ਼ ਕੋਲ ਆਉਣ ਤੋਂ ਪਹਿਲਾਂ ਕੁੜੀ ਨੂੰ ਦੂਸਰੇ ਬਿਮਾਰਾਂ ਦੀ ਸੇਵਾ ਵਿੱਚ ਤਨ-ਮਨ ਨਾਲ ਰੁੱਝੀ ਵੇਖਿਆ ਤਾਂ ਜਿਵੇਂ ਉਸਦੀਆਂ ਅੱਖਾਂ ਵਿੱਚ ਕੋਈ ਡੰਜ ਜਿਹੀ ਸਮਾ ਗਈ ਸੀ ਉਸਨੂੰ ਤੱਕਣ ਦੀ। ਉਸ ਦੇ ਅੰਦਰ ਚਾਹ ਪੈਦਾ ਹੋਈ ਕਿ ਕਿਸੇ ਨਾ ਕਿਸੇ ਬਹਾਨੇ ਇਸ ਕੁੜੀ ਨਾਲ ਦੋ ਚਾਰ ਗੱਲਾਂ ਕਰੇ, ਪਰ ਬਿਨਾਂ ਮੁਨਾਸਿਬ ਮੌਕਾ ਪੈਦਾ ਹੋਣ ਤੋਂ ਉਹ ਆਪਣੇ ਮਨੋਰਥ ਵਿੱਚ ਕੀਕਨ ਸਫਲ ਹੋ ਸਕਦਾ ਸੀ। ਤੇ ਜਦ ਬਿਨਾਂ ਬੁਲਾਇਆ ਹੀ ਉਸ ਦੇ ਲਾਗੇ ਆ ਖਲੋਤੀ ਤੇ ਪੱਟੀ ਖੋਲਣ ਦੀ ਕਿਰਿਆ ਨੂੰ ਡੂੰਘੇ ਧਿਆਨ ਨਾਲ ਵੇਖਣ ਲੱਗ ਪਈ ਤਾਂ ਡਾਕਟਰ ਨੇ ਖਿਆਲ ਕੀਤਾ ਸ਼ਾਇਦ ਇਸ ਮਰੀਜ਼ ਦੀ ਕੋਈ ਰਿਸ਼ਤੇਦਾਰ ਹੈ। ਪੱਟੀ ਖੋਲਣ ਤੋਂ ਬਾਅਦ ਡਾਕਟਰ ਨੇ ਕੰਪਾਊਂਡਰ ਨੂੰ ਲੋਸ਼ਨ ਵਾਲੀ ਡਿਸ਼ ਵਿੱਚ ਜਿਸ ਵਿੱਚ ਰੂੰ ਦੇ ਬਹੁਤ ਸਾਰੇ ਤੁੰਬੇ ਭਿੱਜੇ ਹੋਏ ਸਨ ਅਗਾਹ ਕੀਤੀ। ਡਾਕਟਰ ਜੀ,
ਕੋਲ ਖੜੋਤੀ ਕੁੜੀ ਦੇ ਹੋਠਾਂ 'ਚੋਂ ਡਾਕਟਰ ਨੂੰ ਇੱਕ ਸੁਰੀਲੀ ਜਿਹੀ ਆਵਾਜ਼ ਸੁਣਾਈ ਦਿੱਤੀ, ਜੇ ਆਗਿਆ ਹੋਵੇ ਤਾਂ ਜ਼ਖਮ ਨੂੰ ਮੈਂ ਸਾਫ਼ ਕਰ ਦਿਆਂ, ਮੈਂ ਥੋੜੀ ਬਹੁਤੀ ਟ੍ਰੇਨਿੰਗ ਲਈ ਹੋਈ ਹੈ ਇਸ ਕੰਮ ਦੀ। ਡਾਕਟਰ ਨੂੰ ਜਿਵੇਂ ਕਿਸੇ ਜਾਦੂ ਦੀ ਲੱਕੜੀ ਸੁਹਾ ਦਿੱਤੀ। ਬਿਨਾਂ ਹੀਲ ਹੁੱਜਤ ਤੇ ਬਿਨਾਂ ਜਾਣਨ ਦਾ ਯਤਨ ਕੀਤਿਆਂ ਕਿ ਕੁੜੀ ਨੂੰ ਇਸ ਗੱਲ ਦਾ ਕਿੰਨਾ ਕੁ ਤਜਰਬਾ ਹੈ, ਉਸਨੇ ਡਿਸ਼ ਉਸਦੇ ਸਾਹਮਣੇ ਰੱਖ ਦਿੱਤੀ ਤੇ ਬੋਲਿਆ ਬੜੀ ਖੁਸ਼ੀ ਨਾਲ। ਕੁੜੀ ਦਾ ਹੱਥ ਭਾਵੇਂ ਬਹੁਤਾ ਸੁਚੱਜਾ ਨਹੀਂ ਸੀ, ਪਰ ਜਿਸ ਲਗਨ ਨਾਲ ਉਸਨੇ ਜ਼ਖਮ ਦੀ ਸਫਾਈ ਕੀਤੀ, ਇਸ ਨੂੰ ਵੇਖ ਕੇ ਡਾਕਟਰ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਜ਼ਰੂਰੀ ਇਹ ਕੁੜੀ ਇਸ ਮਰੀਜ਼ ਦੀ ਕੋਈ ਰਿਸ਼ਤੇਦਾਰ ਹੈ। ਬਾਕੀ ਕੰਮ ਹੁਣ ਡਾਕਟਰ ਦੇ ਕਰਨ ਵਾਲਾ ਸੀ। ਜ਼ਖਮ ਵਿੱਚ ਕਾਫੀ ਨਾਸੂਰ ਹੋ ਗਿਆ ਸੀ, ਜਿਸ ਕਰਕੇ ਉਸ ਵਿੱਚ ਬੱਤੀਆਂ ਬੜੀ ਸੰਭਾਲ ਨਾਲ ਪਾਉਣੀਆਂ ਸਨ। ਸੋ ਡਾਕਟਰ ਆਪਣੇ ਕੰਮ ਵਿੱਚ ਲੱਗਾ ਰਿਹਾ, ਨਾਲ ਦੋਹਾਂ ਵਿੱਚ ਕੁਝ ਸਵਾਲ ਜਵਾਬ ਵੀ ਹੁੰਦੇ ਰਹੇ। ਡਾਕਟਰ ਜੀ, ਇਹ ਨਸੂਰ ਕਿਉਂ ਹੋ ਜਾਂਦਾ ਹੈ ਭਲਾ? ਜ਼ਖਮ ਦੇ ਵਿਗੜ ਜਾਣ ਕਰਕੇ ਹੱਡੀ ਵਿੱਚ ਪੋਇਜ਼ਨ ਪੈਦਾ ਹੋ ਜਾਂਦਾ ਹੈ ਬੀਬੀ। ਇਸ ਨੂੰ ਸਾਫ਼ ਕਰਨ ਲਈ ਕਿਹੜਾ ਲੋਸ਼ਨ ਸਭ ਤੋਂ ਚੰਗਾ ਹੁੰਦਾ ਹੈ ਡਾਕਟਰ ਜੀ? ਮਰਕਰੀ ਲੋਸ਼ਨ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ, ਕਿਉਂਕਿ ਇਸ ਨਾਲ ਜਰਮ ਮਰ ਜਾਂਦੇ ਤੇ ਨਵੇਂ ਪੈਦਾ ਨਹੀਂ ਹੁੰਦੇ। ਤੇ ਡਾਕਟਰ ਜੀ, ਇਹ ਬੱਤੀਆਂ ਕਾਹਦੀਆਂ ਹੁੰਦੀਆਂ ਨੇ? ਮਰਕਰੀ ਕ੍ਰੋਮ ਦੀਆਂ, ਪਰ ਕਈਆਂ ਨੂੰ ਇਹ ਵੀ ਨਹੀਂ ਸੁਖਾਉਂਦੀਆਂ, ਤੇ ਜਿਨ੍ਹਾਂ ਨੂੰ ਨਾ ਸਿਖਾਉਂਦੀਆਂ ਹੋਣ ਉਹਨਾਂ ਨੂੰ ਪੈਨਸਲੀਨ ਕ੍ਰੋਮ ਠੀਕ ਰਹਿੰਦੀ ਹੈ। ਕੁੜੀ ਸ਼ਾਇਦ ਹਜੇ ਹੋਰ ਵੀ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ, ਪਰ ਡਾਕਟਰ ਨੇ ਪੱਟੀ ਦਾ ਕੰਮ ਖਤਮ ਕਰ ਲਿਆ ਸੀ। ਬੱਤੀਆਂ ਦੇਣ ਵੇਲੇ ਜਿੰਨੀ ਵਾਰੀ ਵੀ ਮਰੀਜ਼ ਨੇ ਤਕਲੀਫ ਨਾਲ ਚੀਕਣ ਚਲਾਉਣ ਦਾ ਯਤਨ ਕੀਤਾ, ਉਨੀ ਹੀ ਵਾਰੀ ਕੁੜੀ ਉਸਨੂੰ ਬੜੇ ਪਿਆਰ ਪੁਚਕਾਰ ਨਾਲ ਹੋਰ ਗੱਲਾਂ ਵਿੱਚ ਪਾ ਕੇ ਉਸਦੀ ਪੀੜ ਭੁਲਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗੀ ਰਹੀ, ਤੇ ਨਾਲੋਂ ਨਾਲ ਡਾਕਟਰ ਉੱਤੇ ਸਵਾਲ ਵੀ ਕਰੀ ਗਈ। ਡਾਕਟਰ ਆਨੰਦ ਨੂੰ ਉਸ ਕੁੜੀ ਦੇ ਵਾਰਤਾਲਾਪ ਵਿੱਚੋਂ ਕੁਝ ਨਿਰਾਲੀ ਤਰ੍ਹਾਂ ਦਾ ਸੁੱਖ ਤੇ ਸਵਾਦ ਦਾ ਅਨੁਭਵ ਹੋਇਆ, ਪਰ ਜਦ ਉਹ ਕੈਂਪ ਵਿੱਚੋਂ ਜਾਣ ਲੱਗਾ ਤਾਂ ਕੁੜੀ ਵੀ ਜਦ ਵਾਪਸ ਮੁੜਨ ਲਈ ਉਸਨੂੰ ਤਿਆਰ ਨਜ਼ਰੀ ਆਈ ਤਾਂ ਉਸਨੇ ਪੁੱਛਿਆ, ਬੀਬੀ, ਉਹ ਮਰੀਜ਼ ਤੁਹਾਡਾ ਕੋਈ ਰਿਸ਼ਤੇਦਾਰ ਹੈ? ਜਵਾਬ ਵਿੱਚ ਕੁੜੀ ਨੇ ਜੋ ਕੁਝ ਕਿਹਾ, ਇਸਨੇ ਤਾਂ ਡਾਕਟਰ ਨੂੰ ਪਚੀ ਹੀ ਕਰ ਦਿੱਤਾ। ਉਹ ਬੋਲੀ, ਜੀ ਹਾਂ, ਇਹ ਸਾਰੇ ਰਿਫਿਊਜੀ ਮੇਰੇ ਰਿਸ਼ਤੇਦਾਰ ਨੇ, ਜਦਕਿ ਮੈਂ ਵੀ ਇਹਨਾਂ ਵਿੱਚੋਂ ਹਾਂ। ਇਸ ਮੁਲਾਕਾਤ ਤੋਂ ਬਾਅਦ ਡਾਕਟਰ ਆਨੰਦ ਜਦ ਕੈਂਪ ਚੋਂ ਨਿਕਲ ਕੇ ਕਾਰ ਵਿੱਚ ਬੈਠਾ ਤਾਂ ਉਸਨੂੰ ਜਾਪਿਆ ਜਿਵੇਂ ਕੁੜੀ ਨੂੰ ਇੱਕ ਵਾਰੀ ਫੇਰ ਮਿਲਣ ਦੀ ਖਾਹਿਸ਼ ਉਸਦੀ ਖੱਬੀ ਪਸਲੀ ਹੇਠ ਮਚਲ ਰਹੀ ਹੈ। ਤੇ ਕੱਲ ਸਵੇਰੇ ਫੇਰ ਜਦੋਂ ਕੈਂਪ ਵਿੱਚ ਗਿਆ ਤਾਂ ਉਸਦੀਆਂ ਅੱਖਾਂ ਬਰਾਬਰ ਉਸ ਕੁੜੀ ਨੂੰ ਢੂੰਡਦੀਆਂ ਰਹੀਆਂ ਸਨ। ਕੱਲ ਵਾਲੇ ਉਸ ਨਸੂਰ ਦੇ ਮਰੀਜ਼ ਪਾਸ ਉਸਨੇ ਲੋੜ ਤੋਂ ਜ਼ਿਆਦਾ ਦੇਰ ਇਸ ਕਰਕੇ ਲਾਈ, ਪਰ ਕਿਤੇ ਵੀ ਉਸ ਨੂੰ ਨਜ਼ਰੀ ਨਾ ਆਈ। ਛੇਕੜ ਕੰਮ ਤੋਂ ਵਿਹਲਾ ਹੋ ਕੇ ਉਹ ਭਾਰੇ ਦਿਲ ਨਾਲ ਉੱਥੋਂ ਮੁੜਿਆ। ਅੱਜ ਦੀ ਸਾਰੀ ਦਿਹਾੜ ਡਾਕਟਰ ਆਪਣੇ ਕੰਮਾਂ ਧੰਦਿਆਂ ਵਿੱਚ ਇੰਨਾ ਗਲਤਾਨ ਰਿਹਾ ਸੀ ਕਿ ਕੁੜੀ ਬਾਬਤ ਸੋਚਣ ਦੀ ਉਸਨੂੰ ਵੇਲ ਨਹੀਂ ਸੀ ਮਿਲੀ, ਪਰ ਅੰਦਰ ਉਸਦੇ ਇਹ ਚਾਹ ਬਰਾਬਰ ਬਣੀ ਰਹੀ ਕਿ ਕਿਹੜਾ ਵੇਲਾ ਹੋਵੇ ਜੋ ਕਿਤੇ ਇਕਾਂਤ ਵਿੱਚ ਬੈਠ ਕੇ ਉਸ ਬਾਬਤ ਸੋਚਣ ਦਾ ਉਸਨੂੰ ਮੌਕਾ ਮਿਲੇ। ਸ਼ਾਇਦ ਇਸੇ ਕਰਕੇ ਅੱਜ ਦੀ ਰਾਤ ਦਾ ਬਹੁਤਾ ਹਿੱਸਾ ਉਸਨੇ ਜਾਂ ਤਾਂ ਅਸੈਂਬਲੀ ਦੀ ਮੈਂਬਰੀ ਤੇ ਜਾਂ ਫਿਰ ਉਸ ਕੁੜੀ ਬਾਰੇ ਸੋਚਦਿਆਂ ਗੁਜ਼ਾਰ ਦਿੱਤਾ। ਸਵੇਰੇ ਉਹ ਕਾਫੀ ਚਿਰਕਾ ਜਾਗਿਆ। ਨਿਤ ਕਿਰਿਆ ਤੇ ਇਸ਼ਨਾਨ ਆਦਿ ਤੋਂ ਵਿਹਲਾ ਹੋ ਕੇ ਜਦ ਨਾਸ਼ਤੇ ਦੀ ਮੇਜ਼ ਅੱਗੇ ਬੈਠਾ ਤਾਂ ਨੌਕਰ ਨੇ ਇੱਕ ਵਿਜ਼ਿਟਿੰਗ ਕਾਰਡ ਲਿਆ ਕੇ ਉਸਦੀ ਮੇਜ਼ ਤੇ ਰੱਖ ਦਿੱਤਾ। ਕਾਰਡ ਨੂੰ ਚੁੱਕ ਕੇ ਉਸਨੇ ਪੜ੍ਹਿਆ, ਪੰਡਤ BS ਸ਼ੁਕਲ, ਐਡੀਟਰ, ਰੋਜ਼ਾਨਾ ਅਖਬਾਰ ਕ੍ਰਾਂਤੀਕਾਰੀ। ਉਸਨੇ ਮਹਿਮਾਨ ਨੂੰ ਵੇਟਿੰਗ ਰੂਮ ਵਿੱਚ ਬਿਠਾਉਣ ਲਈ ਨੌਕਰ ਨੂੰ ਚੇਤਾਵਨੀ ਕੀਤੀ ਤੇ ਆਪ ਛੇਤੀ ਨਾਸ਼ਤਾ ਖਤਮ ਕਰਨ ਲੱਗਾ। ਪਤਲਾ ਸੁਕੜਾ ਜਿਹਾ ਸਰੀਰ, ਤੇੜ ਖੱਦਰ ਦੀ ਖੁੰਭ ਕੀਤੀ ਹੋਈ ਧੋਤੀ, ਗਲ ਮੋਢੇ ਦੇ ਬਟਨਾਂ ਵਾਲਾ ਖੱਦਰ ਦਾ ਕੁੜਤਾ ਜਿਸ ਉੱਤੇ ਬਜਵਾੜਾਂ ਦਸੂਤੀ ਦੀ ਜਵਾਹਿਰ ਜੈਕਟ, ਸਿਰ ਤੇ ਸੱਜਰੀ ਇਸਤਰੀ ਕੀਤੀ ਹੋਈ ਗਾਂਧੀ ਟੋਪੀ, ਜਾਕਟ ਦੀ ਜੇਬ ਤੋਂ ਲੈ ਕੇ ਬਟਨਾਂ ਤੀਕ ਘੜੀ ਦੀ ਮੋਟੀ ਭੱਦੀ ਜਿਹੀ ਚੈਨ ਕਮਾਨ ਵਾਂਗ ਉਸਦੀ ਹਿੱਕ ਤੇ ਲਟਕ ਰਹੀ ਸੀ। ਅੱਖਾਂ ਉੱਤੇ ਮੋਟੇ ਸ਼ੀਸ਼ਿਆਂ ਤੇ ਪਤਲੇ ਸੁਨਹਿਰੀ ਫਰੇਮ ਵਾਲੀ ਐਨਕ, ਜਿਸ ਦੇ ਹੇਠ ਆਪਦੀਆਂ ਦੂਰਦਰਸ਼ੀ ਅੱਖ ਪੁਤਲੀਆਂ ਫੁਰਤੀ ਨਾਲ ਥਿਰਕਦੀਆਂ ਹੋਈਆਂ ਕਮਰੇ ਵਿਚਲੀ ਹਰ ਚੀਜ਼ ਦਾ ਜਾਇਜ਼ਾ ਲੈ ਰਹੀਆਂ ਸਨ। ਡਾਕਟਰ ਜਿਉਂ ਹੀ ਕਮਰੇ ਵਿੱਚ ਦਾਖਲ ਹੋਇਆ ਕਿ ਸ਼ੁਕਲ ਜੀ ਝਟ ਕੁਰਸੀ ਤੋਂ ਉੱਠ ਕੇ ਗਰਮਜੋਸ਼ੀ ਨਾਲ ਅਗਾਂਹ ਵਧੇ। ਡਾਕਟਰ ਨੇ ਹੱਥ ਮਿਲਾਉਂਦਿਆਂ ਪੁੱਛਿਆ, ਆਈਏ ਪੰਡਤ ਜੀ, ਮੁਆਫ ਕਰਨਾ, ਮੈਨੂੰ ਜਰਾ ਦੇਰ ਲੱਗ ਗਈ। ਤੇ ਇਸ ਤੋਂ ਬਾਅਦ ਜਦ ਦੋਵੇਂ ਲਾਗੇ ਬੈਠ ਗਏ ਤਾਂ ਵਾਰਤਾਲਾਪ ਦਾ ਸਿਲਸਿਲਾ ਸ਼ੁਰੂ ਹੋਇਆ। ਸੁਣਾਓ, ਕਿਵੇਂ ਦਰਸ਼ਨ ਹੋਏ? अजी सरदार साहब, दीर्घ काल से आपके दर्शन की अभिलाषा थी, परंतु अविकाश ही अप्रवाय था। हृदय में तीव्र आकांक्षा थी कि ऐसे भाग्यशाली व्यक्ति के दर्शन अवश्य करूं जिनकी लोकप्रियता का वर्णन यंत्र तंत्र किया जा रहा है। कहिए, आप कुशल से हैं? बड़ी कृपा है पंडित जी। अच्छा, तो मैं आपकी क्या सेवा कर सकता हूँ? सेवा? डॉक्टर साहब, भगवान के अनुग्रह से सब कुछ यथाक्रम चल रहा है। ईश्वर की देन है कि हमारा पत्र इस समय प्रांत के अन्य सभी पत्रों से अधिक संख्या में प्रकाशित हो रहा है, और ये भी आपको विदित होगा कि इस वृद्धावस्था में प्रतिदिन 12-14 घंटे निरंतर इस सेवक को पत्र संपादन का कार्य करना पड़ता है, परंतु प्रत्येक देशभक्त का ये तो कर्तव्य ही है। 18 वर्ष कारावास में व्यतीत कर चुका हूँ।
कभी कभी इच्छा होती है कि अब इन कठिनतम झंझटों का परित्याग करके भगवान सिमरन में शेष जीवन व्यतीत करूं। परंतु जब अनुभव करता हूं कि देश इस समय महान कष्ट में है तो इस निश्चय का परित्याग करना पड़ता है। इस समय देश सेवा से पृथक होना अन्यायप्रद प्रतीत होता है। धन हो पंडित जी, आप जैसे देशभक्तों के बलबूते पर ही तो देश का कल्याण होगा। मैंने आपके अखबार के मुतल्लिक बहुत कुछ सुना है, कई एक एडिटोरियल भी देखे हैं। पंजाब के बड़े भाग हैं जिसे आप जैसे विद्वान देशभक्तों की सेवा प्राप्त है। अजी राम राम का भजन कीजिए डॉक्टर साहब। मैं तो देशभक्तों की चरण रज का भी अधिकारी निज को नहीं पाता हूँ। ये तो सब उस सर्वशक्तिमान का अनुग्रह है। तो आप यूपी सीपी के रहने वाले हैं शायद? जी नहीं, मैं पंजाबी हूँ। अच्छा, तो गुड़गांव या रोहतक वगैरह किसी हिंदी भाषी जिले के होंगे आप? जी नहीं, अपना जिला यही है। तब तो आप सेंट्रल पंजाबी हैं, लेकिन आपकी बोली तो वैसे माफ करना पंडित जी, पंजाबी आप बोल नहीं सकते या बोलना चाहते नहीं। पंडित जी कुछ दुविधा ਜਿਹੀ ਵਿੱਚ ਪੈ ਗਏ। ਉਹਨਾਂ ਨੂੰ ਆਪਣੀ ਗਲਤੀ ਉੱਤੇ ਅਫਸੋਸ ਹੋਣ ਲੱਗਾ। ਇਸ ਵਿੱਚ ਸ਼ੱਕ ਨਹੀਂ ਕਿ ਉਹ ਪੰਜਾਬੀ ਸਨ ਤੇ ਇਸ ਵੇਲੇ ਆਪਣੇ ਆਪ ਨੂੰ ਪੰਜਾਬੀ ਪ੍ਰਗਟ ਕਰਨ ਵਿੱਚ ਉਹਨਾਂ ਨੂੰ ਲਾਭ ਜਾਪਿਆ ਸੀ, ਜਦ ਕਿ ਉਹਨਾਂ ਦੇ ਸਾਹਮਣੇ ਇੱਕ ਪੰਜਾਬੀ ਬੈਠਾ ਸੀ। ਪਰ ਜਿਉਂ ਹੀ ਡਾਕਟਰ ਵੱਲੋਂ ਬੋਲੀ ਬਾਰੇ ਉਜ਼ਰਦਾਰੀ ਪੇਸ਼ ਹੋਈ ਕਿ ਪੰਡਤ ਜੀ ਕੁਝ ਘਬਰਾ ਗਏ। ਉਹ ਡਾਕਟਰ ਪਾਸ ਇਸ ਵੇਲੇ ਕੋਈ ਮਤਲਬ ਕੱਢਣ ਲਈ ਆਏ ਸਨ ਤੇ ਉਸ ਨੂੰ ਨਾਰਾਜ਼ ਕਰਕੇ ਆਪਣਾ ਮਾਮਲਾ ਖੱਟੇ ਨਹੀਂ ਸਨ ਪਾਉਣਾ ਚਾਹੁੰਦੇ। ਫਿਰ ਡਾਕਟਰ ਨੇ ਸਵਾਲ ਵੀ ਤਾਂ ਬੜਾ ਅਜੀਬ ਤਰ੍ਹਾਂ ਦਾ ਕੀਤਾ ਸੀ। ਜੇ ਉਹ ਕਹਿਣ ਕਿ ਮੈਂ ਪੰਜਾਬੀ ਬੋਲਣੀ ਜਾਣਦਾ ਨਹੀਂ ਤਾਂ ਇਹ ਇੱਕ ਹਾਸੋਹੀਣੀ ਗੱਲ ਹੋਵੇਗੀ। ਡਾਕਟਰ ਸੋਚੇਗਾ ਕਿ ਪੰਜਾਬੀ ਤੇ ਪੰਜਾਬ ਵਿੱਚ ਰਹਿ ਰਿਹਾ ਹੈ, ਫਿਰ ਪੰਜਾਬੀ ਜਾਣਦਾ ਕਿਉਂ ਨਹੀਂ। ਤੇ ਜੇ ਡਾਕਟਰ ਜੀ ਕਹਿਣ ਕਿ ਉਹ ਜਾਣਦੇ ਹਨ ਤਾਂ ਪਰ ਪੰਜਾਬੀ ਬੋਲਣਾ ਨਹੀਂ ਚਾਹੁੰਦੇ ਤਾਂ ਇਹ ਹੋਰ ਵੀ ਮਾੜੀ ਗੱਲ ਹੋਵੇਗੀ, ਕਿਉਂਕਿ ਡਾਕਟਰ ਦੇ ਲੱਭੋ ਲਹਿਜੇ ਤੋਂ ਇਹਨਾਂ ਤਾਂ ਉਹਨਾਂ ਨੂੰ ਪਤਾ ਚੱਲ ਹੀ ਗਿਆ ਸੀ ਕਿ ਡਾਕਟਰ ਦਾ ਝੁਕਾਓ ਪੰਜਾਬੀ ਦੇ ਹੱਕ ਵਿੱਚ ਹੈ। ਸੋ ਵਕਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪ ਬੋਲੇ, पंजाबी जानता मैं अवश्य हूँ डॉक्टर साहब, परंतु इसका तात्पर्य ये है कि हिंदी हमारी राष्ट्रीय भाषा प्रमाणित हो चुकी है। यदि हम राष्ट्रीय भाषा को प्रोत्साहित नहीं करेंगे तो देश का कल्याण कैसे होगा। डॉक्टर थोड़ा जिहा बुल्लां विच मुस्कुराया ते फिर सिद्धा ही पंजाबी विच उसने कहना शुरू किया, खिमा करना पंडित जी की तुहाडा ख्याल है कि बंगाली गुजराती मद्रासी ते होर सूबिਆਂ ਨਾਲ ਜਿਹੜੇ अपनी रोजाना बोलचाल ਜਾਂ ਆਪਣੇ ਸਾਹਿਤਿਕ ਜਾਂ ਹੋਰ ਆਪਣੇ ਨੈਤਿਕ ਵਿਚਾਰਾਂ ਵਿੱਚ ਆਪਣੀ ਪ੍ਰਾਂਤਿਕ ਬੋਲੀ ਬੋਲਦੇ ਨੇ, ਇਹ ਉਹਨਾਂ ਦੀ ਭੁੱਲ ਹੈ। अजी ये तो डॉक्टर साहब वितंडतावाद है, यथार्थवाद में तो। डॉक्टर ने टोकिया। खिमा करना पंडित जी, ਤੁਹਾਡੀ ਹਿੰਦੀ ਉਂਝ ਵੀ ਕਾਫੀ ਸਕੀਲ ਜਿਹੀ ਹੈ, ਜਿਸ ਦੇ ਕਈਆਂ ਲਫ਼ਜ਼ਾਂ ਨੂੰ ਸਮਝਣ ਲਈ ਮੈਨੂੰ ਦਿਮਾਗ ਉੱਤੇ ਜ਼ੋਰ ਦੇਣਾ ਪੈਂਦਾ ਹੈ। ਸੋ ਜੇ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਤਾਂ ਥੋੜੇ ਚਿਰ ਲਈ ਤੁਸੀਂ ਮੇਰੇ ਨਾਲ ਪੰਜਾਬੀ ਵਿੱਚ ਹੀ ਗੱਲਾਂ ਕਰੋ। ਪੰਡਿਤ ਜੀ ਦੀ ਦੁਬਿਧਾ ਹੋਰ ਗਹਿਰੀ ਹੋ ਗਈ। ਜੇ ਤਾਂ ਉਹ ਆਪਣੇ ਅੰਦਰ ਗਰਜ ਦੀ ਪੋਟਲੀ ਲੁਕਾ ਕੇ ਨਾ ਲਿਆਏ ਹੁੰਦੇ ਤਾਂ ਇਸ ਵੇਲੇ ਆਪਣੇ ਅਸੂਲ ਦੇ ਹੱਕ ਵਿੱਚ ਜ਼ਰੂਰ ਇੱਕ ਦੋ ਲੈਕਚਰ ਝਾੜ ਸੁੱਟਦੇ। ਪਰ ਹਾਲ ਦੀ ਘੜੀ ਡਾਕਟਰ ਦੇ ਦੱਸੇ ਰਾਹ ਤੇ ਚੱਲਣ ਵਿੱਚ ਹੀ ਉਹਨਾਂ ਨੂੰ ਬਿਹਤਰੀ ਸਮਝੀ। ਲੱਗਦੀ ਵਾ ਇਸ ਵੇਲੇ ਉਹ ਪੰਜਾਬੀ ਤੇ ਹਿੰਦੀ ਦੀ ਬਹਿਸ ਵਿੱਚ ਪੈਣ ਤੋਂ ਕੰਨੀ ਕਤਰਾਣੀ ਚਾਹੁੰਦੇ ਸਨ, ਕਿਉਂਕਿ ਇਦਾਂ ਕਰਨ ਨਾਲ ਉਹਨਾਂ ਨੂੰ ਕੰਮ ਵਿਗੜ ਜਾਣ ਦਾ ਖਤਰਾ ਸੀ। ਬਹੁਤ ਅੱਛਾ ਜੀ, ਉਹ ਬੋਲੇ, ਪੰਜਾਬੀ ਵਿੱਚ ਬੋਲਾਂਗਾ, ਹੋਰ ਹੁਕਮ ਕਰੋ, ਮਿਹਰਬਾਨੀ। ਮਜਬੂਨ ਦਾ ਵਿਸ਼ਾ ਬਦਲਣ ਦੇ ਖਿਆਲ ਨਾਲ ਪੰਡਿਤ ਜੀ ਬੋਲੇ, ਮੈਂ ਕੀ ਅਰਜ਼ ਕਰ ਰਿਹਾ ਸਾਂ। ਹਾਂ, ਗੱਲ ਇਹ ਹੈ ਡਾਕਟਰ ਸਾਹਿਬ ਕਿ ਅੱਜ ਦੇ ਜ਼ਮਾਨੇ ਵਿੱਚ ਰੋਜ਼ਾਨਾ ਅਖਬਾਰ ਨੂੰ ਚਲਾਉਣਾ ਨਿਰੀ ਪੁਰੀ ਉਸਤਰਿਆਂ ਦੀ ਮਾਲਾ ਤੇ ਸੂਲਾਂ ਦੀ ਸੇਜ ਹੈ। ਖਿਆਲ ਕਰੋ ਕਿ ਬਿਲਕੁਲ ਬੇਸਰੋਂ ਸਮਾਨੀ ਦੀ ਹਾਲਤ ਵਿੱਚ ਐਡੀ ਵੱਡੀ ਜ਼ਿੰਮੇਵਾਰੀ ਨੂੰ ਸਿਰ ਤੇ ਚੁੱਕਣਾ ਕਿਤਨਾ ਮੁਸ਼ਕਿਲ ਕੰਮ ਹੈ। ਡਾਕਟਰ ਲਗਭਗ ਸਮਝ ਗਿਆ ਕਿ ਇਹ ਬੁੱਢਾ ਖਿਡਾਰੀ ਜ਼ਰੂਰ ਕਿਸੇ ਮਾਰ ਉੱਤੇ ਆਇਆ ਹੈ, ਪਰ ਕਿਹੜੀ ਮਾਰ ਉੱਤੇ, ਇਹ ਹਜੇ ਤੱਕ ਉਸਦੀ ਸਮਝ ਵਿੱਚ ਨਹੀਂ ਸੀ ਆਇਆ। ਉਂਝ ਦਿਲੋਂ ਪੰਡਤ ਦੀ ਆਮਦ ਤੇ ਖੁਸ਼ ਜ਼ਰੂਰ ਸੀ, ਕਿਉਂਕਿ ਕੱਲ ਹਾਲੀ ਚਾਹ ਪਾਰਟੀ ਵਿੱਚ ਦੋਸਤਾਂ ਦੀਆਂ ਕੀਤੀਆਂ ਨਸੀਹਤਾਂ ਨੂੰ ਉਹ ਜਲਦੀ ਅਮਲ ਵਿੱਚ ਲਿਆਉਣਾ ਚਾਹੁੰਦਾ ਸੀ। ਫਿਰ ਵੀ ਉਹ ਆਪਣੇ ਮੂੰਹੋਂ ਆਪਣੀ ਗਰਜ਼ ਪ੍ਰਗਟ ਕਰਨੀ ਨਹੀਂ ਸੀ ਚਾਹੁੰਦਾ। ਉਸਦੀ ਖੁਆਇਸ਼ ਸੀ ਕਿ ਖੁਦ ਐਡੀਟਰ ਸਾਹਿਬ ਹੀ ਉਸਨੂੰ ਆਪਣੀ ਸੇਵਾ ਪੇਸ਼ ਕਰਨ, ਤੇ ਹੋਇਆ ਵੀ ਐਵੇਂ ਹੀ। ਜਦ ਪੰਡਤ ਜੀ ਸੁਭਾਵਕ ਹੀ ਇਸ ਵਿਸ਼ੇ ਤੇ ਆਉਂਦੇ ਹੋਏ ਬੋਲੇ, ਸੱਚ ਡਾਕਟਰ ਸਾਹਿਬ, ਮੈਨੂੰ ਸੂਚਨਾ ਮਿਲੀ ਹੈ ਕਿ ਤੁਸੀਂ ਜਿਮਨੀ ਚੋਣ ਲਈ ਖੜੇ ਹੋਣ ਦਾ ਫੈਸਲਾ ਕੀਤਾ ਹੈ। ਡਾਕਟਰ ਤਾੜ ਗਿਆ ਕਿ ਇਸ ਬੁੱਢੇ ਖਰਾਟ ਨੂੰ ਜ਼ਰੂਰ ਕੱਲ ਵਾਲੀ ਚਾਹ ਪਾਰਟੀ ਦੀ ਸੂਹ ਮਿਲ ਗਈ ਹੈ। ਉਹ ਜਾਣ ਬੁੱਝ ਕੇ ਕੁਝ ਬੇਰੁਖੀ ਨਾਲ ਬੋਲਿਆ, ਕੋਈ ਖਾਸ ਇਰਾਦਾ ਤਾਂ ਨਹੀਂ ਸੀ, ਪਰ ਸ਼ਹਿਰ ਦੇ ਬਹੁਤ ਸਾਰੇ ਸੱਜਣਾ ਨੇ ਮਜਬੂਰ ਕੀਤਾ ਹੈ। ਵੈਸੇ ਮੈਂ ਤਾਂ ਇਸ ਦੀ ਕੋਈ ਜ਼ਰੂਰਤ ਵੀ ਨਹੀਂ ਖਿਆਲ ਕਰਦਾ। ਜਿਸ ਨੇ ਸੇਵਾ ਕਰਨੀ ਹੈ ਉਸਨੇ ਅਸੈਂਬਲੀ ਦੇ ਅੰਦਰ ਕੀ ਤੇ ਬਾਹਰ ਕੀ ਬਥੇਰੇ ਚਾਂਸਸ ਪਏ ਨੇ ਸੇਵਾ ਕਰਨ ਦੇ। ਨਾਲੇ ਮੇਰੇ ਕੋਲ ਤਾਂ ਅੱਗੇ ਹੀ ਸਿਰ ਖੁਰਕਣ ਦੀ ਵੇਲ ਨਹੀਂ। ਐਨਕ ਹੇਠ ਢਕੀਆਂ ਹੋਈਆਂ ਪੰਡਿਤ ਜੀ ਦੀਆਂ ਅੱਖਾਂ ਡਾਕਟਰ ਆਨੰਦ ਦੇ ਇਹਨਾਂ ਵਾਕਾਂ ਵਿੱਚੋਂ ਉਸਦੇ ਦਿਲ ਦਾ ਭੇਦ ਪੜ ਗਈਆਂ। ਇਹੋ ਵੇਲਾ ਸੀ ਜਦੋਂ ਡਾਕਟਰ ਨੂੰ ਆਪਣੇ ਨਿਸ਼ਾਨੇ ਦੇ ਹੋਰ ਨੇੜੇ ਲਿਆ ਸਕਦੇ ਸਨ।
ਉਹ ਪੂਰੇ ਉਤਸ਼ਾਹ ਵਿੱਚ ਬੋਲੇ, ਇਹ ਠੀਕ ਹੈ ਡਾਕਟਰ ਸਾਹਿਬ ਕਿ ਤੁਹਾਡੇ ਰੁਝੇਵੇਂ ਬੇਉੜਕ ਨੇ, ਖਾਸ ਕਰਕੇ ਇਸ ਵੇਲੇ ਪੁਰਸ਼ਾਰਥੀਆਂ ਦੇ ਦੁੱਖ ਦਰਦ ਵੰਡਾਉਣ ਦਾ ਜਿਹੜਾ ਭਾਰ ਤੁਸੀਂ ਆਪਣੇ ਮੋਢਿਆਂ ਤੇ ਚੁੱਕ ਰੱਖਿਆ ਹੈ, ਪਰ ਜਨਤਾ ਇਸ ਗੱਲੋਂ ਵੀ ਤਾਂ ਬੇਖਬਰ ਨਹੀਂ ਕਿ ਪੰਜਾਬ ਦੇ ਕਸ਼ਟਾਂ ਦੀ ਨਿਵਰਤੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਵਰਗੇ ਉਤਸ਼ਾਹੀ ਅੰਥਕ ਨੌਜਵਾਨਾਂ ਦੇ ਮੋਢਿਆਂ ਤੇ ਹੀ ਹੈ। ਤੁਸਾਂ ਵਰਗਾ ਸੱਚਾ ਦੇਸ਼ ਭਗਤੀ ਉੱਚੇ ਅਖਲਾਕ ਦਾ ਆਦਮੀ ਜੇ ਇੱਕ ਵਾਰੀ ਅਸੈਂਬਲੀ ਵਿੱਚ ਜਾ ਪਹੁੰਚੇ ਤਾਂ ਮੇਰਾ ਖਿਆਲ ਹੈ ਚੋਰ ਬਾਜ਼ਾਰੀਆਂ ਤੇ ਰਿਸ਼ਵਤਖੋਰੀਆਂ ਦਿਨਾਂ ਵਿੱਚ ਹੀ ਸਫਾ ਹਸਤੀ ਤੋਂ ਮਿਟ ਜਾਣਗੀਆਂ। ਮੁਲਾਕਾਤ ਦੇ ਮੁੱਢ ਵਿੱਚ ਡਾਕਟਰ ਆਨੰਦ ਦੇ ਦਿਲ ਤੇ ਇਸ ਆਦਮੀ ਬਾਬਤ ਚੰਗਾ ਅਸਰ ਨਹੀਂ ਸੀ ਹੋਇਆ, ਪਰ ਜਿਉਂ ਹੀ ਉਸਦੇ ਮੂੰਹੋਂ ਆਪਣੀ ਸਲਾਂਘਾ ਸੁਣੀ ਕਿ ਉਸਨੂੰ ਇਹ ਕੰਮ ਦੀ ਚੀਜ਼ ਜਾਪਣ ਲੱਗ ਪਿਆ। ਉਹ ਜਾਣਦਾ ਸੀ ਕਿ ਅਖਬਾਰ ਦੇ ਮਾਲਕ ਨੂੰ ਹੱਥ ਵਿੱਚ ਕਰ ਲੈਣ ਦਾ ਮਤਲਬ ਹੈ ਸਮੁੱਚੇ ਅਖਬਾਰ ਨੂੰ ਖਰੀਦ ਲੈਣਾ। ਹੌਲੀ-ਹੌਲੀ ਪੰਡਤ ਹੋਰਾਂ ਦੀਆਂ ਗੱਲਾਂ ਵਿੱਚ ਉਸਦੀ ਦਿਲਚਸਪੀ ਵੱਧਦੀ ਗਈ। ਜਦ ਸ਼ੁਕਲ ਜੀ ਨੇ ਆਪਣੀ ਮਦਦ ਤੇ ਮਿਲਵਰਤਨ ਦਾ ਉਸਨੂੰ ਪੂਰਾ ਯਕੀਨ ਦਿਵਾ ਦਿੱਤਾ ਤਾਂ ਡਾਕਟਰ ਦੇ ਦਿਲ ਵਿੱਚ ਖੁਸ਼ੀ ਦੀ ਗੁਦਗੁਦੀ ਹੋਣ ਲੱਗੀ। ਉਸਨੂੰ ਇਸ ਗੱਲ ਦਾ ਯਕੀਨ ਬਰਾਬਰ ਬਣਿਆ ਰਿਹਾ ਕਿ ਸ਼ੁਕਲ ਜੀ ਆਪਣੀ ਸੇਵਾ ਬਦਲੇ ਪੇਸ਼ਗੀ ਦੇ ਤੌਰ ਤੇ ਜ਼ਰੂਰ ਕੋਈ ਮੰਗ ਪੇਸ਼ ਕਰਨਗੇ, ਪਰ ਜਦ ਅਖੀਰ ਤੱਕ ਸ਼ੁਕਲ ਜੀ ਵੱਲੋਂ ਇਸ ਕਿਸਮ ਦੀ ਕੋਈ ਮੰਗ ਨਾ ਹੋਈ ਤਾਂ ਉਹਨਾਂ ਸੰਬੰਧੀ ਆਪਣੀ ਬਣ ਚੁੱਕੀ ਰਾਏ ਉੱਤੇ ਉਸਨੂੰ ਸ਼ੱਕ ਹੋਣ ਲੱਗਾ। ਨਾਲ ਹੀ ਪੰਡਤ ਜੀ ਦੀ ਮਹਾਨਤਾ ਦਾ ਮਾੜਾ ਪ੍ਰਭਾਵ ਵੀ ਉਸ ਉੱਤੇ ਪੈਣਾ ਸ਼ੁਰੂ ਹੋ ਗਿਆ। ਉਸਨੇ ਚਾਹਿਆ ਕਿ ਉਹ ਆਪ ਹੀ ਕੁਝ ਨਾ ਕੁਝ ਉਹਨਾਂ ਦੀ ਭੇਟਾ ਕਰੇ, ਹੋਰ ਨਹੀਂ ਤਾਂ ਅਖਬਾਰ ਦੀ ਸਹਾਇਤਾ ਦੇ ਪਾਜੀ ਸਹੀ, ਪਰ ਉਸਨੂੰ ਇਹੋ ਜਿਹੀ ਕਿਸੇ ਪੇਸ਼ਕਸ਼ ਦੀ ਲੋੜ ਹੀ ਨਾ ਪਈ। ਜਦ ਮੁਲਾਕਾਤ ਦੇ ਅੰਤ ਉੱਤੇ ਸ਼ੁਕਲ ਜੀ ਉੱਠਦੇ ਫੇਰ ਬੈਠਦੇ ਹੋਏ ਬੋਲੇ, ਹਾਂ ਸੱਚ ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਗੱਲ ਦਾ ਅਚਾਨਕ ਹੀ ਚੇਤਾ ਆ ਗਿਆ। ਫਰਮਾਓ, ਉਸਨੇ ਪੁੱਛਿਆ। ਆਪਣੀ ਠੋਡੀ ਨੂੰ ਖੁਰਕਦੇ ਹੋਏ ਸ਼ੁਕਲ ਜੀ ਬੋਲੇ, ਵੈਸੇ ਗੱਲ ਤਾਂ ਡਾਕਟਰ ਸਾਹਿਬ ਮਾਮੂਲੀ ਜਿਹੀ ਹੈ, ਪਰ ਕਈ ਵਾਰੀ ਮਾਮੂਲੀ ਗੱਲਾਂ ਬਦਲੇ ਵੀ ਵੱਡੇ ਕੰਮ ਅਟਕ ਜਾਇਆ ਕਰਦੇ ਨੇ। ਅਖਬਾਰ ਦੀ ਛਪਾਈ ਲਈ ਹਜੇ ਤੱਕ ਕੋਈ ਤਸੱਲੀ ਬਖਸ਼ ਇੰਤਜ਼ਾਮ ਨਹੀਂ ਸੀ। ਬੜੇ ਸਾਲਾਂ ਤੋਂ ਪ੍ਰੈਸ ਦੀ ਅਣਹੋਂਦ ਕਰਕੇ ਕਈ ਤਰ੍ਹਾਂ ਦੇ ਕਸ਼ਟ ਉਠਾ ਰਿਹਾ ਸਾਂ। ਅਖੀਰ ਪਿਛਲੇ ਦਿਨੀ ਇੱਥੋਂ ਨੇੜੇ ਹੀ ਇੱਕ ਨਿੱਕੀ ਜਿਹੀ ਪ੍ਰੈਸੜੀ ਹੱਥ ਆ ਗਈ। ਕਿਸੇ ਮੁਸਲਮਾਨ ਦਾ ਛੱਡਿਆ ਹੋਇਆ ਇੱਕ ਬੜਾ ਇਨਾਮ ਜਿਹਾ ਪ੍ਰੈਸ ਸੀ, ਜਿਹੜਾ ਮੈਂ ਅਲਾਟ ਕਰਵਾ ਲਿਆ, ਪਰ ਹੁਣ ਪਤਾ ਲੱਗਾ ਹੈ ਕਿ ਪਿਛਲੀਆਂ ਅਲਾਟਮੈਂਟਾਂ ਮਨਸੂਖ ਹੋਣ ਵਾਲੀਆਂ ਨੇ। ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੈ ਕਿ ਇਹ ਕੰਮ ਅੱਜ ਕੱਲ੍ਹ ਬਹੁਤ ਹੱਦ ਤੱਕ ਤੁਹਾਡੇ ਹੱਥਾਂ ਵਿੱਚ ਹੈ, ਸੋ ਤੁਹਾਡੀ ਬੜੀ ਕਿਰਪਾ ਹੋਵੇ ਜੇ ਉਸਦੀ ਮੁਸਤਕਿਲ ਅਲਾਟਮੈਂਟ ਮੇਰੇ ਨਾਂ ਹੋ ਜਾਵੇ। ਪਰ ਪੰਡਤ ਜੀ, ਡਾਕਟਰ ਆਨੰਦ ਗੰਭੀਰ ਹੋ ਕੇ ਬੋਲਿਆ, ਨਿਕਾਸੀ ਜਾਇਦਾਦ ਤਾਂ ਰਫਿਊਜ਼ੀਆਂ ਨੂੰ ਹੀ ਅਲਾਟ ਹੋ ਸਕਦੀ ਹੈ ਮੌਜੂਦਾ ਕਾਨੂੰਨ ਮੁਤਾਬਕ। ਸ਼ੁਕਲ ਜੀ ਨੂੰ ਆਪਣੀ ਮੂਰਖਤਾ ਦਾ ਚੇਤਾ ਆਇਆ, ਜਿਹੜਾ ਹਜੇ ਹੁਣੇ ਹੀ ਉਹ ਆਪਣੇ ਆਪ ਨੂੰ ਪੂਰਬੀ ਪੰਜਾਬ ਦਾ ਵਾਸੀ ਪ੍ਰਗਟ ਕਰ ਚੁੱਕੇ ਸਨ। ਕਿਤਨਾ ਚੰਗਾ ਹੁੰਦਾ ਜੇ ਕਹਿ ਦਿੰਦੇ ਮੈਂ ਸ਼ਰਨਾਰਥੀ ਹਾਂ, ਪਰ ਹੁਣ ਛੁੱਟ ਚੁੱਕਾ ਤੀਰ ਕਿਵੇਂ ਵਾਪਸ ਆ ਸਕਦਾ ਸੀ। ਜਰਾ ਕੁ ਸੋਚ ਕੇ ਕਹਿਣ ਲੱਗੇ, ਇਹ ਕਿਹੜੀ ਗੱਲ ਹੈ ਡਾਕਟਰ ਸਾਹਿਬ, ਮੈਂ ਆਪਣੇ ਇੱਕ ਰਫਿਊਜ਼ੀ ਰਿਸ਼ਤੇਦਾਰ ਦੇ ਨਾਂ ਕਰਵਾ ਲਵਾਂਗਾ। ਹਾਂ ਇਹ ਠੀਕ ਹੈ, ਡਾਕਟਰ ਨੇ ਹਾਮੀ ਭਰੀ। ਤੁਸੀਂ ਇੱਕ ਦਰਖਾਸਤ ਮੇਰੇ ਦਫ਼ਤਰ ਭਿਜਵਾ ਦੇਣੀ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ। ਨਾਲੇ ਜਰਾ ਜਿੰਨਾ ਹੋਰ ਵੀ ਕੰਮ ਹੈ। ਪੰਡਤ ਜੀ ਨੇ ਨਾਲ ਲੱਗਦੇ ਹੱਥ ਦੂਸਰੀ ਮੰਗ ਵੀ ਪੇਸ਼ ਕਰ ਦਿੱਤੀ। ਇੱਕ ਛੋਟਾ ਜਿਹਾ ਮਕਾਨ ਵੀ ਮੇਰੇ ਨਾਂ ਹੈ, ਜੇ ਹੁਕਮ ਕਰੋ ਤਾਂ ਉਸ ਲਈ ਵੀ ਦਰਖਾਸਤ ਦਿਵਾ ਦਿਆਂ। ਡਾਕਟਰ ਨੇ ਨਿੰਮੋ ਝੁਣੇ ਜਿਹੇ ਹੋ ਕੇ ਹਾਮੀ ਭਰੀ। ਉਹ ਸ਼ੁਕਲ ਦੀ ਲੋਭੀ ਤਬੀਅਤ ਨੂੰ ਭਾਂਪ ਗਿਆ, ਜਿਹੜਾ ਉਂਗਲ ਫੜਨ ਤੋਂ ਬਾਅਦ ਹੌਲੀ ਪੰਜਾ ਕਾਬੂ ਕਰਨ ਲਈ ਦਾਉ ਪੇਚ ਖੇਡ ਰਿਹਾ ਸੀ, ਪਰ ਕਿਉਂਕਿ ਗਰਜ਼ ਦੀ ਖਿੱਚ ਦੋ ਹੀ ਪਾਸੀ ਸੀ, ਜਿਸ ਲਈ ਨਾ ਕਰਨ ਦੀ ਗੁੰਜਾਇਸ਼ ਨਹੀਂ ਸੀ। ਧੰਨਵਾਦ।